ਹੈਲੋ ਹਾਈ ਆਦਾਬ ਸਤਿ ਸ਼੍ਰੀ ਅਕਾਲ। ਹਾਜ਼ਰ ਹੋਈ ਹਾਂ ਜੀ ਮੈਂ ਇੱਕ ਵਾਰੀ ਫਿਰ ਤੋਂ ਪਰਮਿੰਦਰ ਕੌਰ। ਆਪਾਂ ਜੁੜੇ ਹਾਂ ਜੀ ਗਰਚਾ ਪ੍ਰੋਡਕਸ਼ਨ ਟੀਵੀ ਦੇ ਜ਼ਰੀਏ ਤੇ ਅੱਜ ਹਾਜ਼ਰ ਹੋਈ ਹਾਂ ਜੀ ਮੈਂ ਲੈ ਕੇ ਅੱਜ ਦੇ ਦਿਨ ਦੀ ਤਰੋ ਤਾਜ਼ਾ ਅਪਡੇਟ। ਤੇ ਅੱਜ ਸਾਡੇ ਨਾਲ ਸਾਡੇ ਮਹਿਮਾਨ ਵੀ ਜੁੜੇ ਆ ਜੀ। ਸਾਡੇ ਨਾਲ ਜੁੜੇ ਆ ਬਰਨਾਲਾ ਤੋਂ ਸੀਨੀਅਰ ਪੱਤਰਕਾਰ ਵੀਰ ਜਗਸੀਰ ਸਿੰਘ ਕੁੰਤਰੀ ਜੀ। ਤੇ ਸਵਾਗਤ ਕਰਦੇ ਹਾਂ ਜੀ ਆਪਾਂ ਵੀਰ ਜੀ ਦਾ। ਵੀਰ ਜੀ ਸਵਾਗਤ ਆ ਤੁਹਾਡਾ ਸਾਡੇ ਇਸ ਚੈਨਲ ਦੇ ਉੱਪਰ। ਧੰਨਵਾਦ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਜੀ ਵੀਰ ਜੀ ਅੱਜ ਆਪਾਂ ਅਪਡੇਟ ਦੇ ਨਾਲ ਜਿਹੜਾ ਆਪਣੇ ਦਰਸ਼ਕਾਂ ਨੂੰ ਜਾਣੂ ਕਰਾਉਣਾ ਤੇ ਜਿਹੜਾ ਅੱਜ ਕੱਲ੍ਹ ਪਿਛਲੇ ਕਈ ਮਹੀਨਿਆਂ ਤੋਂ ਸਭ ਤੋਂ ਜ਼ਿਆਦਾ ਜਿਹੜਾ ਭਖਦਾ ਮੁੱਦਾ ਆਪਣਾ ਕਿਸਾਨੀ ਦਾ ਜਿਹੜਾ ਸੰਘਰਸ਼ ਚੱਲ ਰਿਹਾ ਦਿੱਲੀ ਦੇ ਵਿੱਚ। ਤੇ ਅੱਜ ਉਸ ਸੰਘਰਸ਼ ਦੇ ਵਿੱਚ ਇੱਕ ਅਹਿਮ ਦਿਨ ਜਿਹੜਾ ਆਪਾਂ ਮੰਨ ਸਕਦੇ ਹਾਂ ਕਿ ਅੱਜ 7 ਜਨਵਰੀ ਨੂੰ ਜਿਹੜੀ ਟਰੈਕਟਰ ਮਾਰਚ ਦੀ ਕਾਲ ਦਿੱਤੀ ਗਈ ਸੀ ਸਾਡੀਆਂ ਜਥੇਬੰਦੀਆਂ ਵੱਲੋਂ। ਤੇ ਉਸ ਜੀ ਟਰੈਕਟਰ ਮਾਰਚ ਦਾ ਜਾਂ ਟਰੈਕਟਰਾਂ ਦੀ ਉਸ ਰੈਲੀ ਦਾ ਕੀ ਅਸਰ ਪਿਆ ਸਾਡੇ ਇਸ ਅੰਦੋਲਨ ਦੇ ਉੱਪਰ, ਤੁਸੀਂ ਸਭ ਤੋਂ ਪਹਿਲਾਂ ਸਾਨੂੰ ਇਸ ਜਿਹੜੀ ਅਪਡੇਟ ਦੇ ਨਾਲ ਜਾਣੂ ਕਰਾਓ ਸਾਡੇ ਦਰਸ਼ਕਾਂ ਨੂੰ। ਹਾਂ ਪਰਮਿੰਦਰ, ਇਹਦਾ ਜਿਹੜਾ ਵੱਡਾ ਅਸਰ ਪਿਆ ਉਹ ਇਹ ਹੈ ਵੀ ਪਿਛਲੇ ਦਿਨਾਂ ਤੋਂ ਜਿਹੜਾ ਇਹ ਸੰਘਰਸ਼ ਚੱਲ ਰਿਹਾ ਹੈ, ਅੱਜ ਇਹ 45ਵੇਂ ਦਿਨ 'ਚ ਤਕਰੀਬਨ ਆ ਗਿਆ। 1.5 ਮਹੀਨਾ ਤਕਰੀਬਨ ਇਹਨੂੰ ਹੋ ਗਿਆ, ਕਿਉਂਕਿ 26 ਤਰੀਕ ਤੋਂ ਇਹ ਸ਼ੁਰੂ ਹੋਇਆ ਵਾਗਾ। ਪਿਛਲੀ ਹਾਂਜੀ 26 ਤਰੀਕ ਤੋਂ ਜਿਹੜੀ ਕਾਲ ਦਿੱਤੀ ਸੀਗੀ, 26 ਤਰੀਕ ਤੋਂ ਲੋਕ ਪਿਛਲੇ ਮਹੀਨੇ ਇਹ ਦਿੱਲੀ ਵੱਲ ਕੂਚ ਕੀਤੇ ਸੀਗੇ। ਤੇ ਉਸ ਤੋਂ ਬਾਅਦ ਜਿਹੜਾ ਇਹ ਸੰਘਰਸ਼ ਹੈ ਦਿੱਲੀ ਦੇ ਬਾਰਡਰਾਂ ਤੇ ਬੈਠੇ ਨੇ ਜਿਹੜੇ ਲੋਕ ਬੈਠੇ ਨੇ, ਉਹ ਵੀ ਇਹ ਸੋਚਦੇ ਸੀ ਵੀ ਕੋਈ ਨਾ ਕੋਈ ਪ੍ਰੋਗਰਾਮ ਨਵਾਂ ਆਵੇ, ਕਿਉਂਕਿ ਪਰਤ ਦਰ ਪਰਤ ਜਿਹੜੀਆਂ ਮੀਟਿੰਗਾਂ ਨੇ ਉਹ ਹੁੰਦੀਆਂ ਰਹੀਆਂ ਨੇਗੀਆਂ ਸਰਕਾਰ ਦੇ ਨਾਲ। 7 ਗੇਟ ਦੀ ਮੀਟਿੰਗ ਹੋ ਚੁੱਕੀ ਹੈ, ਉਹਦੇ ਵਿੱਚੋਂ ਰਿਜ਼ਲਟ ਕੋਈ ਨਹੀਂ ਨਿਕਲਦਾ ਹੈ। ਪਹਿਲਾਂ ਤਾਂ ਹੀ ਲੱਗਦਾ ਰਿਹਾ ਵੀ ਚਲੋ ਆਹ ਮੀਟਿੰਗ ਦੇ ਵਿੱਚ ਕੁਛ ਨਾ ਕੁਛ, ਪਹਿਲੀ ਮੀਟਿੰਗ ਤੋਂ ਹੀ ਗੱਲ ਸ਼ੁਰੂ ਹੋ ਗਈ ਵੀ ਚਲੋ ਸਰਕਾਰ ਨੇ ਗੱਲਬਾਤ ਲਈ ਬੁਲਾਇਆ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ, ਕੋਈ ਨਾ ਕੋਈ ਇਹਦੇ ਵਿੱਚੋਂ ਰਿਜ਼ਲਟ ਨਿਕਲੂ, ਕੋਈ ਨਾ ਕੋਈ ਨਤੀਜਾ ਨਿਕਲੂਗਾ, ਸੰਘਰਸ਼ ਦੀਆਂ ਜਿਹੜੀਆਂ ਕੋਈ ਮੰਗਾਂ ਨੇ ਉਹ ਮੰਨੀਆਂ ਜਾ ਸਕਦੀਆਂ ਨੇ। ਸੋ ਇਸ ਤਰ੍ਹਾਂ ਆਸ ਬਣੀ ਰਹੀ। ਪਰ ਉਹ ਆਸ ਲਗਾਤਾਰ ਜਦੋਂ ਜਿਹੜੀਆਂ ਮੀਟਿੰਗਾਂ ਨੇ ਉਹ ਲਗਾਤਾਰ ਬੇਸਿੱਟਾ ਨਿਕਲਦੀਆਂ ਆਈਆਂ, ਉਸੇ ਗੱਲ ਦੇ ਉੱਪਰ ਹੀ ਸਰਕਾਰ ਅੜੀ ਹੋਈ ਹੈ। ਉਹ ਕਿਸੇ ਹਾਲਤ ਦੇ ਵਿੱਚ ਵੀ ਜਿਹੜੇ ਬਿੱਲ ਆ ਇਹਨਾਂ ਨੂੰ ਵਾਪਸ ਨਹੀਂ ਲੈਣਾ ਚਾਹੁੰਦੀ। ਤੇ ਉਧਰੋਂ ਕਿਸਾਨ ਜਥੇਬੰਦੀਆਂ ਇਸ ਗੱਲ ਨੂੰ ਇੱਕ ਤਰ੍ਹਾਂ ਤਹਈਆ ਕਰਕੇ ਗਈਆਂ ਨੇ। ਜਿਹੜੇ ਕਿਸਾਨ ਪੰਜਾਬ ਚੋਂ ਵੀ ਗਏ ਆ ਵੀ ਐਤਕੀ ਜਾਣਾ ਤਾਂ ਬਿੱਲ ਵਾਪਸ ਕਰਵਾ ਕੇ ਮੁੜਾਂਗੇ ਦਿੱਲੀ ਤੋਂ। ਸੋ ਉਹ ਤਾਂ ਇੱਕ ਤਰ੍ਹਾਂ ਨਾਲ ਕਾਨੂੰਨ ਰੱਦ ਕਰਵਾਉਣ ਦੀ ਗੱਲ ਕਰਦੇ ਆ, ਪਰ ਉਹ ਸਰਕਾਰ ਹੈ ਜਿਹੜੀ ਉਹ ਟਾਲ ਮਟੋਲ ਕਰਕੇ ਸੰਘਰਸ਼ ਨੂੰ ਲੰਮਾ ਕਰਦੀ ਹੈ। ਸਰਕਾਰ ਦੇ ਮਨ ਦੇ ਵਿੱਚ ਇਹ ਵੀ ਹੈ ਵੀ ਜਿੰਨਾ ਸੰਘਰਸ਼ ਲੰਬਾ ਹੋ ਜਾਊਗਾ, ਸ਼ਾਇਦ ਹੌਲੀ ਹੌਲੀ ਜਿਹੜੀ ਨਿਰਾਸ਼ਤਾ ਆ ਜਾਂਦੀ ਹੈ ਲੋਕਾਂ ਦੇ ਵਿੱਚ, ਲੋਕ ਵਾਪਸ ਮੁੜਨੇ ਸ਼ੁਰੂ ਹੋ ਜਾਂਦੇ ਆ, ਸੰਘਰਸ਼ ਘਟ ਜਾਂਦਾ ਹੈਗਾ। ਹਾਂਜੀ ਇਸੇ ਕਰਕੇ ਸਰਕਾਰ ਦੀ ਇਸ ਤਰ੍ਹਾਂ ਦੀ ਨੀਤੀ ਹੈ ਜਿਹੜੀ ਅਪਣਾਈ ਹੋਈ ਹੈਗੀ। ਇਸ ਨੀਤੀ ਦੇ ਉਲਟ ਜਿਹੜਾ ਕਿਸਾਨ ਜਥੇਬੰਦੀਆਂ ਦੇ ਵਿੱਚ ਵੀ ਜਿਹੜੇ ਬੈਠੇ ਕਿਸਾਨ ਨੇ, ਐਕਚੁਅਲੀ ਉੱਥੇ ਜਿਹੜੇ ਲੋਕ ਰੁਕੇ ਹੋਏ ਨੇ ਟਰਾਲੀਆਂ ਦੇ ਵਿੱਚ, ਵੱਡੀ ਗਿਣਤੀ ਦੇ ਵਿੱਚ ਲੋਕ ਉੱਥੇ ਰੁਕੇ ਹੋਏ ਨੇ ਟਰਾਲੀਆਂ ਦੇ, ਇੱਕ ਤਰ੍ਹਾਂ ਨਾਲ ਪਿੰਡ ਵਸ ਚੁੱਕੇ ਨੇਗੇ। ਲੱਖਾਂ ਲੋਕ ਆ ਦਿੱਲੀ ਦੇ ਆਲੇ ਦੁਆਲੇ ਬੈਠਾ, ਜਿਹੜਾ ਖਾਸ ਕਰਕੇ ਜ਼ਿਆਦਾ ਪੰਜਾਬੀ ਨੇਗੇ, ਹਰਿਆਣੇ ਤੋਂ ਵੀ ਨੇ, ਰਾਜਸਥਾਨ ਤੋਂ ਨੇ, ਹੁਣ ਤਾਂ ਪੂਰੇ ਹਿੰਦੁਸਤਾਨ ਦੇ ਵਿੱਚ ਵੱਖ-ਵੱਖ ਆਏ ਹੋਏ ਆ। ਸਿੰਘੂ ਬਾਰਡਰ ਹੈ ਉਧਰ, ਯੂਪੀ ਵਾਲੇ ਪਾਸੇ ਗਾਜੀਪੁਰ ਬਾਰਡਰ ਹੈਗਾ, ਇੱਧਰ ਟਿਕਰੀ ਬਾਰਡਰ ਹੈਗਾ, ਉਧਰ ਜਿਹੜਾ ਸ਼ਾਹਜਹਾਂ ਬਾਰਡਰ ਤੇ ਵੀ ਆ ਕੇ ਬੈਠ ਗਏ ਆ ਰਾਜਸਥਾਨ ਵਾਲੇ। ਸੋ ਦਿੱਲੀ 4 ਸਪਿਨੋਂ ਘੇਰੀ ਹੋਈ ਆ। ਉਹ ਇਹਦੇ ਵਿੱਚ ਖੜੋਤ ਇੱਕ ਆ ਚੁੱਕੀ ਸੀਗੀ ਉਸ ਤੋਂ ਬਾਅਦ, ਕਿਉਂਕਿ ਅੰਦੋਲਨਕਾਰੀ ਜਦੋਂ ਕੋਈ ਅੰਦੋਲਨ ਕਰਦੇ ਆ ਉਹਨਾਂ ਨੂੰ ਕੋਈ ਨਾ ਕੋਈ ਐਕਸ਼ਨ ਜ਼ਰੂਰ ਹੁੰਦਾ ਉਹਦੇ ਵਿੱਚ। ਉਹਨੂੰ ਆਪਾਂ ਕਹਿ ਸਕਦੇ ਹਾਂ ਇੱਕ ਤਰ੍ਹਾਂ ਦੇ ਨਾਲ ਉਹਨੂੰ ਭਖਾਉਣ ਦੇ ਲਈ, ਉਹਨੂੰ ਅੱਗੇ ਤਰੋਤਾਜ਼ਾ ਰੱਖਣ ਦੇ ਲਈ ਉਹਦੇ ਵਿੱਚ ਕੁਝ ਨਾ ਕੁਝ ਐਕਸ਼ਨ ਹੋਣਾ ਜ਼ਰੂਰੀ ਸੀਗਾ। ਸੋ ਕਿਸਾਨ ਜਥੇਬੰਦੀਆਂ ਪਿਛਲੇ ਦਿਨਾਂ ਤੋਂ ਇਹ ਸੋਚ ਰਹੀਆਂ ਸੀ, ਹੁਣ ਜਿਹੜੇ ਇਸ ਮੀਟਿੰਗ ਤੋਂ ਬਾਅਦ ਤਿੱਖੇ ਐਕਸ਼ਨ ਦੀਆਂ 2-3 ਕਾਲਾਂ ਦਿੱਤੀਆਂ ਗਈਆਂ ਨੇਗੀਆਂ। ਉਹਦੇ ਵਿੱਚ ਇਹ ਜਿਹੜੀ ਮੁੱਖ ਕਾਲ ਹੈ, ਜਿਹੜਾ ਮਤਲਬ 26 ਤਰੀਕ ਨੂੰ ਲਿਖਿਆ ਵੀ ਗਣਤੰਤਰਤਾ ਵਾਲੇ ਦਿਵਸ ਦੇ ਉੱਪਰ ਜਿਹੜਾ ਦਿੱਲੀ ਦੇ ਆਸੇ ਪਾਸੇ ਮਾਰਚ ਕਰਨ ਦੀ ਪ੍ਰੋਗਰਾਮ ਰੱਖਿਆ ਹੋਇਆ, ਜਾਂ ਦਿੱਲੀ ਦੇ ਵਿੱਚ ਮਾਰਚ ਕਰਨ ਦਾ ਪ੍ਰੋਗਰਾਮ ਰੱਖਿਆ ਹੋਇਆ, ਕਿਸਾਨ ਪਰੇਡ ਦਾ, ਉਹਦੀ ਇੱਕ ਤਰ੍ਹਾਂ ਰਿਹਾਇਸ਼ਲ ਦੇ ਤੌਰ ਦੇ ਉੱਪਰ ਜਿਹੜਾ ਮਾਰਚ ਹੋਇਆ, ਇਹਦੇ ਨਾਲ ਜਿੱਥੇ ਸਾਨੂੰ ਵੀ ਪਤਾ ਲੱਗ ਗਿਆ ਵੀ ਜਿਹੜੇ ਕਿਸਾਨ ਆ ਇਹ ਪੂਰੀ ਤਰ੍ਹਾਂ ਬਜਿੱਦ ਨੇ। 26 ਜਿਹੜਾ ਜਨਵਰੀ ਨੂੰ ਇਹ ਹਰ ਹੀਲੇ ਜਿਹੜਾ ਇਹ ਟਰੈਕਟਰ ਮਾਰਚ ਹੈ ਜਾਂ ਇਹਨੂੰ ਲੈ ਕੇ ਦਿੱਲੀ ਦੇ ਵਿੱਚ ਵੜਨਗੇ, ਦਿੱਲੀ ਦੇ ਵਿੱਚ ਕਰਨਗੇ। ਸੋ ਉਹਦੀ ਰਿਹਾਇਸ਼ਲ ਹੈ ਜਿਹੜੀ ਅੱਜ ਕੀਤੀ, ਜਿੱਥੇ ਸਰਕਾਰ ਨੂੰ ਦਿਖਾਇਆ ਉੱਥੇ ਸੰਘਰਸ਼ ਦੇ ਵਿੱਚ ਵੀ ਜਿਹੜੀ ਨਵੀਂ ਇੱਕ ਜੋਸ਼ ਹੈ ਉਹ ਆਇਆ, ਨਵਾਂ ਜੋਸ਼ ਜੀ ਜਗਾਇਆ ਗਿਆ ਇਸ ਟਰੈਕਟਰ ਰੈਲੀ ਨਾਲ। ਜੀ ਵੀਰ ਜੀ, ਮਤਲਬ ਆਪਾਂ ਇਹ ਮੰਨ ਸਕਦੇ ਹਾਂ ਕਿ 26 ਜਨਵਰੀ ਨੂੰ ਜਿਹੜੀ ਲਾਲ ਕਿਲੇ ਦੇ ਵਿੱਚ ਟਰੈਕਟਰ ਦੀ ਜਿਹੜੀ ਆਪਾਂ ਕਹੀਏ ਪਰੇਡ ਕੀਤੀ ਜਾਣੀ ਟਰੈਕਟਰਾਂ ਦੀ, ਕਿ ਉਹਨੂੰ ਹੋਰ ਵੀ ਜੀ ਜ਼ਿਆਦਾ ਹੁੰਗਾਰਾ ਮਿਲੇਗਾ ਅੱਜ ਦੀ ਇਸ ਰੈਲੀ ਤੋਂ ਬਾਅਦ। ਬਿਲਕੁਲ, ਉਹ ਕੱਲੀ ਪਰਮਿੰਦਰ ਕੱਲੀ ਦਿੱਲੀ 'ਚ ਨਹੀਂ ਹੋਈ, ਪੰਜਾਬ ਦੇ ਵਿੱਚ ਵੀ ਹਰ ਸ਼ਹਿਰ ਦੇ ਵਿੱਚ ਜਿੱਥੇ ਜਿੱਥੇ ਮਤਲਬ ਚੱਲ ਰਹੇ ਮੋਰਚੇ ਨੇਗੇ, ਉੱਥੇ ਜੀ ਉੱਥੇ ਟਰੈਕਟਰ ਰੈਲੀਆਂ ਹੋਈਆਂ ਨੇਗੀਆਂ।
ਮਸਲਨ ਜਿਵੇਂ ਮੈਂ ਬਰਨਾਲੇ ਰਹਿਣਾ, ਬਰਨਾਲੇ ਦੇ ਵਿੱਚ ਵੀ ਇਹ ਟਰੈਕਟਰ ਰੈਲੀ ਅੱਜ ਹੋਈ ਹੈਗੀ। 800-900 ਟਰੈਕਟਰ ਆ ਜਿਹੜਾ ਉਸ ਰੈਲੀ ਦੇ ਵਿੱਚ ਸ਼ਾਮਲ ਸੀਗਾ। ਸੋ ਜੀ ਉੱਥੋਂ ਅੱਜ ਬੜੀ ਵੱਡੀ ਤਿਆਰੀ ਲੱਗ ਰਹੀ ਹੈ, ਕਿਉਂਕਿ ਇਹਨਾਂ ਲੋਕਾਂ ਦੇ ਵਿੱਚ ਵੀ ਜਦੋਂ ਗੱਲਬਾਤ ਕੀਤੀ ਉਹਨਾਂ ਟਰੈਕਟਰ ਰੈਲੀ ਵਾਲੇ ਕਿਸਾਨਾਂ ਦੇ ਨਾਲ, ਉਹਨਾਂ ਦਾ ਕਹਿਣਾ ਸੀ ਕਿ ਉਹ ਵੀ ਦਿੱਲੀ ਵੱਲ ਕੂਚ ਕਰਨਗੇ ਉਸ ਦਿਨ 26 ਨੂੰ ਦਿੱਲੀ ਪਹੁੰਚਣਗੇ, ਉਸ ਟਰੈਕਟਰ ਰੈਲੀ ਦੇ ਵਿੱਚ ਆਪਣੇ ਟਰੈਕਟਰ ਸ਼ਾਮਲ ਕਰਨਗੇ। ਸੋ ਜਿੰਨੇ ਟਰੈਕਟਰ ਦਿੱਲੀ ਦੇ ਵਿੱਚ ਖੜੇ ਨੇ ਉਹ ਨਹੀਂ, ਉਦੋਂ ਇਲਾਵਾ ਜਿਹੜੇ ਟਰੈਕਟਰ ਆ ਪੰਜਾਬ ਦੇ ਵਿੱਚੋਂ ਵੀ ਜਾਣਗੇ ਔਰ ਇਹ ਵੱਡੀ ਰੈਲੀ ਹੋਊਗੀ। ਲਾਲ ਕਿਲੇ ਵਾਲੀ ਪਰੇਡ ਦੇ ਵਿੱਚ ਸ਼ਾਮਲ ਹੋਣ ਦਿੱਤੇ ਜਾਂਦੇ ਆ ਜਾਂ ਨਹੀਂ ਇਹ ਤਾਂ ਇੱਕ ਵੱਖਰੀ ਗੱਲ ਆ, ਪਰ ਦਿੱਲੀ ਦੇ ਹੋਰ ਬਾਜ਼ਾਰਾਂ ਪਾਸਿਆਂ ਦੇ ਵਿੱਚ ਹੋਰ ਜਿਹੜੀ ਜਗ੍ਹਾ ਚੁਣੀ ਜਾਊ ਉੱਥੇ ਵੱਡੀ ਟਰੈਕਟਰ ਰੈਲੀ ਆ ਜਿਹੜੀ ਇਹ 26 ਨੂੰ ਹੋਊਗੀ, ਜਿਹਦੀ ਤਿਆਰੀ ਹੈਗੀ। ਤੇ ਅੱਜ ਜਿਹੜੀ ਟਰੈਕਟਰ ਰੈਲੀਆਂ ਨੇ ਜਿਹੜੀ ਤਿਆਰੀ ਕਰ ਦਿੱਤੀ ਉਹਦੀ ਇੱਕ ਤਰ੍ਹਾਂ ਦੇ ਨਾਲ ਪੂਰੀ ਤਿਆਰੀ ਆ ਜਿਹੜੀ ਉਹ ਹੋ ਚੁੱਕੀ ਆ ਔਰ ਇੱਕ ਰਿਹਾਇਸ਼ਲ ਦੇ ਤੌਰ ਤੇ ਵੀ ਜਾਣਿਆ ਜਾ ਰਿਹਾ ਇਹਨੂੰ ਕਿ ਰਿਹਾਇਸ਼ਲ ਦੇ ਤੌਰ ਤੇ ਵੀ ਜਿਹੜੀ ਟਰੈਕਟਰ ਰੈਲੀ ਹੋਈ ਆ। ਅੱਜ ਦੀ ਟਰੈਕਟਰ ਰੈਲੀ ਦੇ ਵਿੱਚ ਇੱਕ ਹੋਰ ਜਿਹੜਾ ਪੱਖ ਸਾਹਮਣੇ ਆਇਆ ਜੀ ਉਹ ਇਹ ਆ ਵੀ ਟਰੈਕਟਰ ਰੈਲੀ ਦੇ ਵਿੱਚ ਜਿਹੜੇ ਸ਼ਾਮਲ ਨੌਜਵਾਨ ਸੀ ਉਹ ਚਾਹੁੰਦੇ ਸੀ ਕਿ ਕਿਸੇ ਤਰ੍ਹਾਂ ਦਿੱਲੀ ਦੇ ਵਿੱਚ ਐਂਟਰ ਕੀਤਾ ਜਾਵੇ ਔਰ ਦਿੱਲੀ ਨੂੰ ਇੱਕ ਤਰ੍ਹਾਂ ਨਾਲ ਡਿਸਟਰਬ ਕੀਤਾ ਜਾਵੇ ਤਾਂ ਕਿ ਜਿਹੜੀਆਂ ਉਹਨਾਂ ਦੀਆਂ ਮੰਗਾਂ ਨੇ ਉਹ ਮੰਨ ਲਈਆਂ ਜਾਣ। ਕਿਉਂਕਿ ਪਿਛਲੇ ਸਮੇਂ ਦੌਰਾਨ ਮੈਂ ਵੀ ਇਸ ਅੰਦੋਲਨ ਦੇ ਵਿੱਚ ਜਾ ਕੇ ਆਇਆਗਾ, ਦਿੱਲੀ ਦੇ ਉਹਨਾਂ ਮੋਰਚਿਆਂ ਦੇ ਵਿੱਚ ਘੁੰਮ ਕੇ ਆਇਆ। ਦਿੱਲੀ ਦੇ ਇਹਨਾਂ ਮੋਰਚਿਆਂ ਦੇ ਵਿੱਚ ਬੈਠੇ ਜਿਹੜੇ ਲੋਕ ਨੇ ਉਹਨਾਂ ਦੀ ਇੱਕ ਗੱਲ ਜਿਹੜੀ ਉਹ ਵਿਚਾਰ ਰਹੇ ਨੇ, ਇੱਕ ਗੱਲ ਜਿਹੜੀ ਉਹਨਾਂ ਦੇ ਵਿੱਚ ਘਰ ਕਰ ਚੁੱਕੀ, ਉਹਨਾਂ ਨੂੰ ਇਹ ਲੱਗਦਾ ਕਿ ਅਸੀਂ ਬਾਹਰ ਬੈਠੇ ਆ, ਦਿੱਲੀ ਦੇ ਬਾਰਡਰਾਂ ਤੇ ਬੈਠੇ ਆ ਤੇ ਇਹਦੇ ਨਾਲ ਦਿੱਲੀ ਨੂੰ ਕੋਈ ਬਹੁਤਾ ਅਸਰ ਨਹੀਂ ਪੈ ਰਿਹਾ। ਇਸੇ ਕਰਕੇ ਸ਼ਾਇਦ ਸਰਕਾਰ ਹੈ ਜਿਹੜੀ ਉਹ ਸਾਡੇ ਅੰਦੋਲਨ ਨੂੰ ਲਮਕਾ ਰਹੀ ਹੈ, ਕਿਉਂਕਿ ਜਿੰਨਾ ਚਿਰ ਅਸੀਂ ਦਿੱਲੀ ਨੂੰ ਡਿਸਟਰਬ ਨਹੀਂ ਕਰਾਂਗੇ ਉਹਨਾਂ ਚਿਰ ਸਾਡੀ ਮੰਗ ਆ ਜਿਹੜੀ ਨਹੀਂ ਮੰਨੀ ਜਾਊਗੀ। ਸੋ ਇਸ ਤਰ੍ਹਾਂ ਹੀ ਅੱਜ ਨੌਜਵਾਨਾਂ ਵੱਲੋਂ ਵੀ ਇਸ ਤਰ੍ਹਾਂ ਦੀ ਮੰਗ ਆ ਜਿਹੜੀ ਇਸ ਟਰੈਕਟਰ ਮਾਰਚ ਦੇ ਵਿੱਚ ਉੱਠੀ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਸਾਨੂੰ ਦਿੱਲੀ ਦੇ ਵਿੱਚ ਐਂਟਰ ਕਰਨ ਦਿੱਤਾ ਜਾਵੇ, ਕਿਸੇ ਪਾਸੋਂ ਵੀ ਥੋੜਾ ਬਹੁਤਾ ਗੇੜਾ ਦਿੱਲੀ ਦੇ ਵਿੱਚ ਦਿੱਤਾ ਜਾਵੇ। ਪਰ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਜਿਹੜੇ ਰੂਟ ਤੈਅ ਕੀਤੇ ਹੋਏ ਸੀਗੇ ਉਹਨਾਂ ਦੇ ਉੱਪਰ ਹੀ ਇਹ ਰੈਲੀ ਆ ਜਿਹੜੀ ਹੋਈ ਆ। ਦਿੱਲੀ ਦੇ ਆਊਟਰ ਏਰੀਆ ਦੇ ਵਿੱਚ ਹੀ ਕਹਿ ਸਕਦੇ ਆਪਾਂ, ਬਾਹਰ ਟਰੈਕਟਰ ਰੈਲੀ ਕੀਤੀ ਗਈ ਆ, ਬਾਹਰਲੇ ਰੋਡਾਂ ਦੇ ਉੱਪਰ ਇਹ ਟਰੈਕਟਰ ਰੈਲੀ ਹੋਈ ਆ ਤੇ ਔਰ ਉਹ ਜ਼ਾਬਤੇ ਦੇ ਵਿੱਚ ਰਹੀ ਆ ਪੂਰੇ। ਚਾਹੇ ਕਿਸਾਨ ਕੁਝ ਨੌਜਵਾਨ ਕਿਸਾਨ ਜਿਹੜੇ ਨੇ ਉਹਨਾਂ ਦੀ ਨਾਰਾਜ਼ਗੀ ਜ਼ਰੂਰ ਝੱਲਣੀ ਪਈ ਆ ਕਿਸਾਨ ਆਗੂਆਂ ਨੂੰ, ਪਰ ਉਹ ਜ਼ਾਬਤੇ ਦੇ ਵਿੱਚ ਰਹੇ ਨੇ, ਜਿੱਥੇ ਉਹਨਾਂ ਨੇ ਕਿਹਾ ਉੱਥੇ ਰੈਲੀ ਕੀਤੀ ਗਈ ਆ। ਜੀ ਵੀਰ ਜੀ, ਵੀਰ ਜੀ ਇੱਕ ਵਧੀਆ ਗੱਲ ਆ। ਤੇ ਹੁਣ ਆਪਾਂ ਇਹਦੇ ਨਾਲ ਹੀ ਜੁੜਦਾ ਸਾਡਾ ਅਗਲਾ ਸਵਾਲ ਆ ਕਿ ਜਿੱਦਾਂ ਇਸ ਸੰਘਰਸ਼ ਦੇ ਵਿੱਚ ਹਰੇਕ ਇਨਸਾਨ ਨੇ ਆਪਣਾ ਬਣਦਾ ਯੋਗਦਾਨ ਪਾਇਆ, ਚਾਹੇ ਉਹ ਸਾਡੇ ਪੰਜਾਬੀ ਇੰਡਸਟਰੀ ਦੇ ਨਾਲ ਜੁੜੇ ਹੋਏ ਸਾਡੇ ਅਦਾਕਾਰ ਆ ਜਾਂ ਫਿਰ ਸਾਡੇ ਗਾਇਕ ਆ। ਤੇ ਸਾਡੇ ਗਾਇਕ ਤੇ ਗੀਤਕਾਰ ਸ਼੍ਰੀ ਬਰਾੜ ਦੀ ਵੀ ਜਿਹੜੀ ਗ੍ਰਿਫਤਾਰੀ ਆ ਇਹ ਪਿਛਲੇ ਦਿਨਾਂ ਦੇ ਵਿੱਚ ਹੋਈ ਆ ਤੇ ਇਹ ਵੀ ਇੱਕ ਮਤਲਬ ਆਪਾਂ ਕਹੀਏ ਮੇਨ ਇਸ਼ੂ ਬਣਿਆ ਹੋਇਆ ਹੈ, ਕਿਉਂਕਿ ਪੰਜਾਬੀ ਇੰਡਸਟਰੀ ਦੇ ਨਾਲ ਬਹੁਤ ਸਾਰੇ ਜੁੜੇ ਹੋਏ ਲੋਕ ਆ ਜਿਨ੍ਹਾਂ ਨੇ ਇਸ ਸੰਘਰਸ਼ ਨੂੰ ਬਹੁਤ ਜ਼ਿਆਦਾ ਜਿਹੜਾ ਭਰਵਾਂ ਹੁੰਗਾਰਾ ਦਿੱਤਾ। ਤੇ ਉਹਨਾਂ ਦੇ ਨਾਲ ਹੀ ਆਪਾਂ ਇਸ ਗੱਲ ਨੂੰ ਇਨਕਾਰ ਨਹੀਂ ਕਰ ਸਕਦੇ ਇਸ ਗੱਲ ਤੋਂ ਕਿ ਸਾਡੇ ਸਿੰਗਰਸ ਦੇ ਕਰਕੇ ਹੀ ਜਿਹੜਾ ਸਾਡਾ ਪੰਜਾਬ ਦਾ ਯੂਥ ਆ, ਨਾ ਸਿਰਫ ਪੰਜਾਬ ਦਾ, ਕਿਉਂਕਿ ਸਿੰਗਰਸ ਜਿਹੜੇ ਆ ਸਾਡੇ ਗਾਇਕ ਆ ਉਹਨਾਂ ਦੀ ਆਵਾਜ਼ ਨੂੰ ਸਿਰਫ ਪੰਜਾਬ ਦੇ ਵਿੱਚ ਨਹੀਂ ਪੂਰੀ ਦੁਨੀਆ ਦੇ ਵਿੱਚ ਹੀ ਸੁਣਿਆ ਜਾਂਦਾ। ਤੇ ਜਿੱਥੇ ਜਿੱਥੇ ਵੀ ਉਹਨਾਂ ਦੇ ਗੀਤ ਜਾਂਦੇ ਆ ਉਹਨਾਂ ਦੀ ਆਵਾਜ਼ ਪਹੁੰਚੀ, ਉਹਨਾਂ ਨੇ ਆਪਣੀ ਆਵਾਜ਼ ਦੇ ਜ਼ਰੀਏ ਇਸ ਸੰਘਰਸ਼ ਦੇ ਨਾਲ ਲੋਕਾਂ ਨੂੰ ਜੋੜਿਆ ਹੀ ਆ। ਤੇ ਆਪਾਂ ਵੀ ਉਹੀ ਸਵਾਲ ਅਗਲਾ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਜੋੜਦੇ ਹਾਂ ਕਿ ਉਹਨਾਂ ਦੀ ਗ੍ਰਿਫਤਾਰੀ ਵਾਲਾ ਕੀ ਮੈਟਰ ਆ ਤੇ ਹੁਣ ਕੀ ਮਤਲਬ ਉਹਦਾ ਸਾਡੀ ਸਿਆਸਤ ਦੇ ਉੱਪਰ ਕੀ ਅਸਰ ਪੈ ਰਿਹਾ ਆ। ਬਿਲਕੁਲ ਪਰਵਿੰਦਰ, ਜਿਵੇਂ ਤੁਸੀਂ ਕਿਹਾ ਵੀ ਜਿਹੜੀ ਪੰਜਾਬੀ ਗਾਇਕੀ ਆ ਇਕੱਲੀ ਪੰਜਾਬ ਤੱਕ ਸੀਮਿਤ ਨਹੀਂ ਰਹੀ, ਇਹ ਬਿਲਕੁਲ ਸੱਚ ਹੈ। ਕਿਉਂਕਿ ਅੱਜ ਕੱਲ ਤਾਂ ਤਕਰੀਬਨ ਜੇ ਆਪਾਂ ਦੇਖਦੇ ਨਾ ਫਿਲਮ ਇੰਡਸਟਰੀ ਨੂੰ ਵੀ ਦੇਖਦੇ ਆ, ਹਿੰਦੀ ਫਿਲਮ ਇੰਡਸਟਰੀ ਆ ਜਿਹੜੀ ਜਿਹਨੂੰ ਅਸੀਂ ਮਤਲਬ ਬੰਬੇ ਵਾਲੀ ਇੰਡਸਟਰੀ ਕਹਿ ਰਹੇ ਆ, ਹਿੰਦੀ ਫਿਲਮਾਂ ਦੀ ਇੰਡਸਟਰੀ ਕਹਿੰਦੇ ਆ, ਬਾਲੀਵੁੱਡ ਕਹਿ ਦਿੰਦੇ ਆ। ਸੋ ਇਸ ਬਾਲੀਵੁੱਡ ਇੰਡਸਟਰੀ ਦੇ ਵਿੱਚ ਵੀ ਕੋਈ ਵੀ ਫਿਲਮ ਸ਼ਾਇਦ ਹਿੱਟ ਨਹੀਂ ਹੁੰਦੀ ਜਾਂ ਕੋਈ ਵੀ ਫਿਲਮ ਅਜਿਹੀ ਨਹੀਂ ਆਉਂਦੀ ਜਿਹਦੇ ਵਿੱਚ ਕੋਈ ਨਾ ਕੋਈ ਪੰਜਾਬੀ ਸੌਂਗ ਨਾ ਪਾਇਆ ਜਾਵੇ, ਪੰਜਾਬੀ ਗੀਤ ਨਾ ਪਾਇਆ ਜਾਵੇ। ਉਹਨਾਂ ਦੀ ਇੱਕ ਮਜਬੂਰੀ ਬਣ ਚੁੱਕੀ ਆ ਕਿ ਹਿੰਦੀ ਫਿਲਮਾਂ ਦੇ ਵਿੱਚ ਵੀ ਪੰਜਾਬੀ ਗਾਣੇ ਪਾਏ ਜਾਂਦੇ ਆ। ਸੋ ਇਹ ਜਿਹੜੇ ਸਾਡੇ ਹੁਣ ਦੇ ਸਿੰਗਰ ਨੇ ਉਹਨਾਂ ਦਾ ਇੱਕ ਬਹੁਤ ਵੱਡਾ ਹੀ ਪ੍ਰਾਪਤੀ ਆ ਉਹਨਾਂ ਦੀ ਇਹ, ਜਾਂ ਉਹਨਾਂ ਨੂੰ ਬਹੁਤ ਲੋਕ ਉਹਨਾਂ ਦੇ ਫਾਲੋਅਰਸ ਨੇ। ਸੋ ਇਸ ਕਰਕੇ ਉਹਨਾਂ ਦੇ ਗੀਤ ਆ ਜਿਹੜੇ ਉਹਨਾਂ ਨੂੰ ਲੈਣੇ ਪੈ ਰਹੇ ਆ। ਸਾਡੇ ਜਿਹੜੇ ਪਾਪੂਲਰ ਗਾਉਣ ਵਾਲੇ ਨੇ ਮੁੰਡੇ, ਉਹਨਾਂ ਦੇ ਨਵੇਂ ਮੁੰਡੇ ਨੇ, ਉਹਨਾਂ ਦੇ ਗੀਤ ਵੀ ਇਹਨਾਂ ਫਿਲਮਾਂ ਦੇ ਵਿੱਚ ਅਕਸਰ ਸਾਨੂੰ ਵੱਜਦੇ ਸੁਣਾਈ ਦਿੰਦੇ ਆ, ਹਿੰਦੀ ਦੀਆਂ ਫਿਲਮਾਂ ਦੇ ਵਿੱਚ ਵੀ। ਸੋ ਇਹ ਬਾਕੀ ਜੇ ਤੁਸੀਂ ਪੂਰੇ ਦੇਸ਼ ਦੀ ਗੱਲ ਕਰਦੇ ਆ ਤਾਂ ਤਕਰੀਬਨ ਜਿੱਥੇ ਵੀ ਕੋਈ ਵਿਆਹ ਸ਼ਾਦੀਆਂ ਜਾਂ ਡੀਜੇ ਵਗੈਰਾ ਲੱਗਦੇ ਆ ਉੱਥੇ ਪੰਜਾਬੀ ਸੌਂਗ ਚੱਲਦੇ ਆ, ਚਾਹੇ ਉਹ ਪੰਜਾਬ ਆ, ਚਾਹੇ ਹਰਿਆਣਾ, ਚਾਹੇ ਯੂਪੀ ਆ ਤੇ ਚਾਹੇ ਅਦਰ ਕੋਈ ਸਟੇਟ ਹੈਗੀ। ਸੋ ਇਹ ਇੱਕ ਤਰ੍ਹਾਂ ਨਾਲ ਤੁਹਾਡੀ ਗੱਲ ਬਿਲਕੁਲ ਦਰੁਸਤ ਹੈ ਵੀ ਪੰਜਾਬ ਦੇ ਸਿੰਗਰਾਂ ਦੇ ਫਾਲੋਅਰ ਜਿਹੜੇ ਉਹ ਪੂਰੇ ਇੰਡੀਆ ਦੇ ਵਿੱਚ ਨਹੀਂ, ਦੇਸ਼ ਵਿਦੇਸ਼ ਦੇ ਵਿੱਚ ਵੀ ਫਾਲੋਅਰ ਨੇਗੇ ਜਿੱਥੇ ਜਿੱਥੇ ਪੰਜਾਬੀ ਰਹਿੰਦੇ ਆ। ਖਾਸ ਕਰਕੇ ਬਹੁਤ ਸਾਰੇ ਮੈਂ ਤਾਂ ਅਜਿਹੀਆਂ ਵੀਡੀਓ ਵੀ ਦੇਖੀਆਂ ਜਿਹੜੇ ਪੰਜਾਬੀ ਨਹੀਂ ਵੀ ਜਾਣਦੇ, ਗੋਰੇ ਵੀ ਇਹਨਾਂ ਦੇ ਗੀਤਾਂ ਦੇ ਉੱਪਰ ਨੱਚਦੇ, ਸਿਰ ਤੇ ਵਧਾਈ ਦਿੰਦੇ ਨੇ।
ਸੋ ਜੀ ਇਹ ਗੱਲ ਬਿਲਕੁਲ ਤੁਹਾਡੀ ਦੁਰਸਤ ਹੈ ਵੀ ਜਿਹੜਾ ਇਹਨਾਂ ਸਿੰਗਰਾਂ ਦੀ ਮਤਲਬ ਇਸ ਤਰ੍ਹਾਂ ਦੀ ਇੱਕ ਲੋਕਾਂ ਦੇ ਵਿੱਚ ਇੱਕ ਖਿੱਚ ਹੈ, ਇੱਕ ਕਸ਼ਿਸ਼ ਹੈ, ਉਹਨੇ ਖਾਸ ਕਰਕੇ ਨੌਜਵਾਨੀ ਵਰਗ ਦੇ ਵਿੱਚ, ਯੂਥ ਦੇ ਵਿੱਚ, ਉਹਨੇ ਜਦੋਂ ਇਹ ਸਿੰਗਰਾਂ ਨੇ ਇਸ ਕਿਸਾਨੀ ਅੰਦੋਲਨ ਦੇ ਬਾਰੇ ਇਹਦੇ ਨਾਲ ਜੁੜ ਕੇ ਇਹਦੇ ਬਾਰੇ ਗੀਤ ਕੱਢੇ ਜਾਂ ਇਹਦੇ ਬਾਰੇ ਗੱਲ ਕੀਤੀ, ਤਾਂ ਵੱਡੀ ਜਿਹੜੀ ਨੌਜਵਾਨੀ ਹੈ ਉਹਨੂੰ ਇਸ ਕਿਸਾਨ ਅੰਦੋਲਨ ਨਾਲ ਜੋੜਨ ਦਾ ਵਿੱਚ ਅਹਿਮ ਜਿਹੜਾ ਯੋਗਦਾਨ ਆਪਾਂ ਮੰਨਦੇ ਆ ਨਾ ਸਿੰਗਰਾਂ ਦਾ। ਸੋ ਇਹ ਸਿੰਗਰ ਉਸੇ ਸਮੇਂ ਤੋਂ ਹੀ ਜਿਹੜਾ ਸਰਕਾਰ ਦੇ ਨਿਸ਼ਾਨੇ ਤੇ ਖਾਸ ਕਰਕੇ ਸੱਤਾਧਾਰੀ ਭਾਜਪਾ ਦੇ ਨਿਸ਼ਾਨੇ ਤੇ ਸੀਗੇ। ਭਾਜਪਾ ਦੇ ਆਗੂਆਂ ਵੱਲੋਂ ਗਾਹੇ ਵਗਾਹੇ ਪਿਛਲੇ ਦਿਨਾਂ ਵਿੱਚ ਵੀ ਤੁਸੀਂ ਸੁਣਿਆ ਹੋਊਗਾ, ਭਾਰਤੀ ਮੀਡੀਆ ਤੇ ਜਿਹੜੀਆਂ ਗੱਲਾਂ ਚਲਾਈਆਂ ਜਾਂਦੀਆਂ ਰਹੀਆਂ ਜੀ, ਜੀ ਇਹ ਜੀ ਜੈਜੀ ਜੈਜੀ ਵੀ ਨੇ ਖਾਲਿਸਤਾਨ ਕਹਿਤਾ, ਇਹ ਫਲਾਣੇ ਬੰਦੇ ਨੇ ਕਹਿਤਾ, ਉਹ ਪਤਾ ਨਹੀਂ ਕਦੋਂ ਦੀ ਚੱਕ ਕੇ ਦਲਜੀਤ ਦੋਸਾਂਝ ਦੇ ਉੱਪਰ ਵੀ ਇੱਕ ਕੇਸ ਦਰਜ ਕਰਨ ਦੀ ਗੱਲ ਕੀਤੀ ਗਈ ਵੀ ਇਹਨੇ ਆਹ ਕਹਿਤਾ। ਸੋ ਇਸੇ ਤਰ੍ਹਾਂ ਰਣਜੀਤ ਬਾਵੇ ਨੂੰ ਇੱਕ ਗਾਣੇ ਦੇ ਵਿੱਚ ਉਲਝਾਉਣ ਦੀ ਕੋਸ਼ਿਸ਼ ਕੀਤੀ ਗਈ। ਉਹਨਾਂ ਨੂੰ ਲੱਗਦਾ ਸੀਗਾ ਵੀ ਇਹ ਜਿਹੜਾ ਯੂਥ ਹੈ ਇਹਨੂੰ ਇਹ ਸੰਘਰਸ਼ ਵੱਲ ਤੋਰ ਰਹੇ ਨੇ ਇਹ ਲੋਕ ਨੇ, ਜਿਹੜੇ ਇਹ ਗਾਉਣ ਵਾਲੇ ਨੇ। ਇਹ ਹੁਣ ਜਿਹੜੀ ਗਾਇਕੀ ਪਿਛਲੇ ਸਮੇਂ ਦੌਰਾਨ ਚੱਲਦੀ ਰਹੀ ਹੈ ਉਹ ਸਰਕਾਰਾਂ ਨੂੰ ਰਾਸ ਰਹੀ ਹੈ, ਜਿਹੜੀ ਗਾਇਕੀ ਨੇ ਪਿਛਲੇ ਸਮੇਂ ਦੌਰਾਨ ਸਾਡੇ ਇੱਕ ਤਰ੍ਹਾਂ ਨਾਲ ਗੈਂਗਸਟਰ ਪੈਦਾ ਕੀਤੇ, ਗੈਂਗਸਟਰ ਵਾਲੀ ਬਾਹਰ ਲੜਾਈਆਂ ਕਰਵਾਈਆਂ ਜਾਂ ਉਸ ਤਰ੍ਹਾਂ ਦਾ ਹਥਿਆਰਾਂ ਨੂੰ ਪ੍ਰਮੋਟ ਕਰਦੇ ਰਹੇ, ਉਦੋਂ ਕਿਸੇ ਨੇ ਕੋਈ ਗੱਲ ਨਹੀਂ ਕੀਤੀ ਹੈਗੀ। ਤੇ ਹੁਣ ਜਿਹੜਾ ਸ੍ਰੀ ਬਰਾੜ ਦੇ ਉੱਪਰ ਪਰਚਾ ਦਰਜ ਕੀਤਾ ਗਿਆ, ਇਹ ਇਸ ਕਰਕੇ ਕੀਤਾ ਗਿਆ ਕਿਉਂਕਿ ਜੀ ਹਥਿਆਰਾਂ ਨੂੰ ਇਹਨੇ ਕਿਤੇ ਪ੍ਰਮੋਟ ਕੀਤਾ। ਹਾਲਾਂਕਿ ਪਿਛਲੇ ਸਮੇਂ ਦੌਰਾਨ ਹਥਿਆਰਾਂ ਨੂੰ ਪ੍ਰਮੋਟ ਕਰਦੇ ਕਿੰਨੇ ਗਾਣੇ ਕਿੰਨੇ ਕਿਸ ਤਰ੍ਹਾਂ ਆਉਂਦੇ ਆ, ਪਰ ਅਸਲ ਦੁੱਖ ਆ ਜਿਹੜਾ ਉਹ ਹੀ ਆ ਵੀ ਹੁਣ ਜਿਹੜਾ ਸ੍ਰੀ ਬਰਾੜ ਦਾ ਇੱਕ ਗਾਣਾ, ਸ਼ਾਇਦ ਉਹਦਾ ਨਾਮ ਕਿਸਾਨ ਐਂਥਮ ਹੈ, ਉਹ ਕੁਝ ਹੋਰ ਗਾਇਕਾਂ ਦੇ ਨਾਲ ਵੀ ਇਹਨੇ ਗਾਇਆ ਤੇ ਉਹ ਗਾਣਾ ਸ਼ਾਇਦ ਭਾਜਪਾ ਨੂੰ ਚੁੱਭ ਰਿਹਾ। ਕਿਹਾ ਇਹ ਜਾਂਦਾ ਹੈਗਾ ਅੱਜ ਅਕਾਲੀ ਦਲ ਦੇ ਜਿਹੜੇ ਲੀਡਰ ਨੇ ਜੀ ਉਹਨਾਂ ਵੱਲੋਂ ਵੀ ਸ੍ਰੀ ਬਰਾੜ ਦੇ ਇਸ ਮਾਮਲੇ ਨੂੰ ਲੈ ਕੇ, ਜਿਵੇਂ ਤੁਸੀਂ ਕਿਹਾ ਵੀ ਸਿਆਸਤ ਭਖੀ ਆ, ਉਹਨਾਂ ਅਕਾਲੀ ਦਲ ਦੇ ਲੀਡਰਾਂ ਵੱਲੋਂ ਸ੍ਰੀ ਬਰਾੜ ਦੇ ਹੱਕ ਦੇ ਵਿੱਚ ਆਵਾਜ਼ ਆ ਜਿਹੜੀ ਬੁਲੰਦ ਕੀਤੀ ਗਈ। ਉਹਨਾਂ ਨੇ ਕਿਹਾ ਵੀ ਇਹ ਗ੍ਰਹਿ ਮੰਤਰੀ ਦੇ ਕਹਿਣ ਦੇ ਉੱਪਰ ਜਿਹੜਾ ਪਰਚਾ ਦਰਜ ਹੋਇਆ ਹੈਗਾ, ਕਿਉਂਕਿ ਭਾਜਪਾ ਨੂੰ ਟਾਰਗੇਟ ਕਰਦੇ ਕੁਝ ਗਾਣੇ ਆ, ਕੁਝ ਜਿਹੜਾ ਭਾਰਤ ਸਰਕਾਰ ਨੂੰ ਟਾਰਗੇਟ ਕਰਦੇ ਗਾਣੇ ਆ, ਕਿਸਾਨੀ ਦੇ ਹੱਕ ਦੇ ਵਿੱਚ ਗਾਣੇ ਆ। ਤੇ ਦਿੱਲੀ ਦੇ ਜਿਸ ਤਰ੍ਹਾਂ ਦਿੱਲੀ ਮੋਰਚੇ ਦੇ ਲਈ ਨੌਜਵਾਨਾਂ ਨੂੰ ਉਕਸਾਇਆ ਜਾ ਰਿਹਾ ਹੈ, ਮਤਲਬ ਇਹਨਾਂ ਦੇ ਕਹਿਣ ਦਾ ਭਾਵ ਇਸ ਤਰ੍ਹਾਂ ਦਾ, ਕਿਉਂਕਿ ਉਹ ਜਿਹੜਾ ਪ੍ਰੇਰਿਤ ਕਰਕੇ ਕਿਸਾਨਾਂ ਨੂੰ ਦਿੱਲੀ ਲੈ ਗਿਆ, ਜਾਂ ਜਿਸ ਤਰ੍ਹਾਂ ਦਾ ਹੁਣ ਰੋਲ ਪਿਛਲੇ ਸਮੇਂ ਦੌਰਾਨ ਅਸੀਂ ਦੇਖ ਰਹੇ ਹਾਂ, ਜਸ ਬਾਜਵਾ ਹੋ ਗਿਆ ਜਾਂ ਕਮਰ ਗਰੇਵਾਲ ਹੋ ਗਿਆ, ਉਹ ਕਿਸਾਨੀ ਇਸ ਅੰਦੋਲਨ ਦੇ ਵਿੱਚ ਪੂਰੀ ਤਰ੍ਹਾਂ ਵਿਚਰ ਰਹੇ ਨੇ, ਪੂਰੀ ਤਰ੍ਹਾਂ ਸਮਰਪਿਤ ਹੋ ਕੇ ਇਸ ਅੰਦੋਲਨ ਦੇ ਵਿੱਚ ਲੱਗੇ ਹੋਏ। ਹੋਰ ਬਹੁਤ ਸਾਰੇ ਗਾਇਕ ਨੇ, ਆਪਾਂ ਕਿਸੇ ਦਾ ਦੋ ਦਾ ਪਾਰਟਿਕੂਲਰ ਨਾਮ ਤਾਂ ਮੈਂ ਵੈਸੇ ਲੈ ਲਿਆ ਕਿਉਂਕਿ ਪਾਪੂਲਰ ਨੇ, ਹੋਰ ਬਹੁਤ ਸਾਰੇ ਗਾਇਕ ਨੇਗੇ, ਬਹੁਤ ਸਾਰੇ ਕਲਾਕਾਰ ਨੇ ਜਿਹੜੇ ਉੱਥੇ ਆਪਣੀ ਡਿਊਟੀ ਆ, ਜਿਹੜੀ ਆਪਣੀ ਹਾਜ਼ਰੀ ਆ ਲਗਾਤਾਰ ਦੇ ਰਹੇ ਨੇ ਉਸ ਮੋਰਚੇ ਦੇ ਵਿੱਚ। ਉਦਾਂ ਹੀ ਬੈਠ ਸੌ ਰਹੇ ਨੇ, ਜਿਵੇਂ ਉੱਥੇ ਕਿਸਾਨ ਬੈਠੇ ਨੇ ਮੀਂਹ ਪੈਂਦੇ ਚ ਜਾਂ ਤੰਬੂਆਂ ਦੇ ਵਿੱਚ, ਉੱਥੇ ਉਹ ਸੌਂ ਜਾਂਦੇ ਆ ਤੇ ਫਿਰ ਦੁਬਾਰੇ ਉੱਠ ਕੇ ਉਹਨਾਂ ਰੈਲੀਆਂ 'ਚ ਚਲੇ ਜਾਂਦੇ ਨੇ। ਬਹੁਤ ਸਾਰੇ ਇਹ ਤਾਂ ਚਲੋ ਨਾਮਵਰ ਆ, ਜਿਹੜੇ ਬਹੁਤੇ ਨਾਮ ਵਾਲੇ ਕਲਾਕਾਰ ਨੇ ਉਹ ਵੀ ਬਹੁਤ ਸਾਰੇ ਕਲਾਕਾਰ ਨੇ ਜਿਹੜੇ ਉੱਥੋਂ ਦੀਆਂ ਸਟੇਜਾਂ ਦੇ ਉੱਪਰ ਆਪਣੇ ਪ੍ਰੋਗਰਾਮ ਦੇ ਰਹੇ ਨੇ। ਸੋ ਇਹ ਹੁਣ ਇਹਨਾਂ ਨੂੰ ਲੱਗਦਾ ਹੈ, ਕਿਉਂਕਿ ਇਹ ਨਾ ਕੁਦਰਤੀ ਗੱਲ ਹੈ, ਮਤਲਬ ਪਿਛਲੇ ਸਮੇਂ ਦੌਰਾਨ ਤੁਹਾਨੂੰ ਵੀ ਦੱਸਾਂਗੇ ਵੀ ਜਦੋਂ ਆਪਾਂ ਗੁਰੂ ਨਾਨਕ ਸਾਹਿਬ ਦੀ ਬਾਣੀ ਦੀ ਵੀ ਗੱਲ ਕਰਦੇ ਆ ਨਾ, ਜਿੰਨਾ ਚਿਰ ਤਾਂ ਇਹਨਾਂ ਨੂੰ ਲੱਗਦਾ ਵੀ ਜਿਹੜੀ ਸਿੱਖੀ ਹੈ ਇਹ ਯਾਤਰਾ ਕਰੀ ਜਾਵੇ, ਲੰਗਰ ਲਾਈ ਜਾਣ, ਇਧਰੋਂ ਟਰੱਕ ਭਰਿਆ ਕਦੇ ਹੇਮਕੁੰਟ ਨੂੰ ਚਲੇ ਗਏ ਕਦੇ ਇੱਧਰ ਨੂੰ ਚਲੇ ਗਏ, ਉਹ ਤਾਂ ਠੀਕ ਹੈ। ਤੇ ਜਦੋਂ ਇਹਦੇ ਵਿੱਚੋਂ ਗੁਰਬਾਣੀ ਦੇ ਵਿੱਚੋਂ ਵੀ ਉਹ ਪਾਰਟ ਜਿਹੜਾ ਕੋਈ ਪ੍ਰਚਾਰਕ ਸਾਡਾ ਸੁਣਾਉਣ ਲੱਗ ਜਾਂਦਾ ਹੈਗਾ, ਜਦੋਂ ਗੁਰੂ ਸਾਹਿਬ ਕਹਿੰਦੇ ਆ ਰਾਜੇ ਸੀ ਮੁਕੱਦਮ ਕੁੱਤੇ, ਫਿਰ ਇਹਨਾਂ ਨੂੰ ਉਹ ਪ੍ਰਚਾਰਕ ਵੀ ਬੁਰਾ ਲੱਗਣ ਲੱਗ ਜਾਂਦਾ। ਸੋ ਉਸੇ ਤਰ੍ਹਾਂ ਕਿਉਂਕਿ ਜਿਹੜਾ ਅਸਲ ਜਿਹੜਾ ਇਨਸਾਨ ਨੂੰ ਆਪਣੇ ਹੱਕਾਂ ਲਈ ਲੜਨ ਦੀ ਗੱਲ ਕਰਦਾ ਨਾ, ਚਾਹੇ ਉਹ ਗਾਇਕੀ ਰਹੀ ਆ ਚਾਹੇ ਆਪਣੇ ਪ੍ਰਚਾਰ ਰਹੀ ਆ, ਉਹ ਸਰਕਾਰਾਂ ਨੂੰ ਕਦੇ ਨਹੀਂ ਪਾਉਂਦਾ ਹੁੰਦਾ। ਸੋ ਇਸੇ ਤਰ੍ਹਾਂ ਕੋਈ ਪੱਤਰਕਾਰ ਨੇ ਜਿਹੜੇ ਉਹ ਵੀ ਸੱਚ ਦੀ ਗੱਲ ਕਰਦੇ, ਉਹ ਵੀ ਨਹੀਂ ਪਾਉਂਦੇ ਹੈਗੇ। ਇਹ ਮਤਲਬ ਇਹ ਗੱਲ ਸਰਕਾਰਾਂ ਨੇ ਉਹਨਾਂ ਦੇ ਉੱਪਰ ਕਿਸੇ ਨਾ ਕਿਸੇ ਤਰ੍ਹਾਂ ਸਕੰਜਾ ਕੱਢਣਾ ਹੁੰਦਾ, ਪਰ ਉਹ ਸ੍ਰੀ ਬਰਾੜ ਵਾਲੀ ਗੱਲ ਵੀ ਉਹਦੇ ਨਾਲ ਜੁੜਦੀ ਆ। ਸ਼ਾਇਦ ਇਸੇ ਕਰਕੇ ਜਿਹੜੀ ਗੱਲ ਹੈ, ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਕਹਿ ਰਿਹਾ ਵੀ ਇਹ ਜਿਹੜਾ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੀ ਗੱਲ ਕਰ ਰਿਹਾ, ਇਹਦੀ ਕਿਸੇ ਵੀਡੀਓ ਦੇ ਵਿੱਚ ਇਸ ਤਰ੍ਹਾਂ ਦਾ ਆਇਆਗਾ। ਤੇ ਪਰ ਜੇ ਸ੍ਰੀ ਬਰਾੜ ਵਾਲੀ ਵੀਡੀਓ ਕਿਉਂ ਆਉਂਦੀ ਸੀ, ਉਦੋਂ ਪਹਿਲਾਂ ਵਾਲੀਆਂ ਕਿੰਨੀਆਂ ਵੀਡੀਓ ਨੇ, ਉਦੋਂ ਪਹਿਲਾਂ ਗਾਇਕਾਂ ਨੇ ਜਿਹੜਾ ਗੰਦ ਪਾਇਆ ਉਹ ਕਿੰਨਿਆਂ ਕਿਤੇ ਪਰਚੇ ਦਰਜ ਕੀਤੇ ਪੰਜਾਬ ਦੀ ਗੌਰਮੈਂਟ ਨੇ। ਸੋ ਪੰਜਾਬ ਦੀ ਗੌਰਮੈਂਟ ਵੀ ਕਿਤੇ ਨਾ ਦੋਹਰੀ ਗੇਮ ਆ ਜਿਹੜੀ ਖੇਡ ਰਹੀ ਹੈ। ਜੀ ਵੀਰ ਜੀ, ਇੱਥੇ ਕਈ ਸਾਰੇ ਜਿਹੜੇ ਆਪਾਂ ਕਹੀਏ ਨਾ ਕਿ ਸਰਕਾਰ ਇੱਦਾਂ ਦੇ ਕਦਮ ਚੁੱਕ ਕੇ ਖੁਦ ਹੀ ਸਵਾਲਾਂ ਦੇ ਘੇਰੇ ਦੇ ਵਿੱਚ ਫਸ ਜਾਂਦੀ ਆ, ਕਿਉਂਕਿ ਪਹਿਲਾਂ ਬਹੁਤ ਸਾਰੇ ਗਾਇਕ ਹੋਏ ਜਿਨ੍ਹਾਂ ਨੇ ਕਿ ਖੁੱਲ੍ਹੇ ਤੌਰ ਤੇ ਹੀ ਮਤਲਬ ਲੱਚਰ ਗਾਇਕੀ ਨੂੰ ਇੰਨਾ ਕੁ ਜ਼ਿਆਦਾ ਪ੍ਰਮੋਟ ਕੀਤਾ ਹੈ ਨਾ, ਜਾਂ ਫਿਰ ਹਥਿਆਰਾਂ ਵਾਲੇ ਗਾਣੇ ਗਾਏ, ਇੰਨੇ ਕੁ ਜ਼ਿਆਦਾ ਗਾਏ ਕਿ
ਜਿਨ੍ਹਾਂ ਤੇ ਕੀ ਇਤਰਾਜ਼ ਕਰਨਾ ਚਾਹੀਦਾ ਸੀ ਪਰ ਉਸ ਸਮੇਂ ਇਤਰਾਜ਼ ਨਹੀਂ ਕੀਤਾ। ਜੇ ਆਪਾਂ ਗਾਇਕੀ ਦੀ ਗੱਲ ਛੱਡ ਵੀ ਦਈਏ, ਜੇ ਆਪਾਂ ਯੂਥ ਦੀ ਗੱਲ ਕਰਦੇ ਹਾਂ, ਚਲੋ ਪੱਤਰਕਾਰ ਆਪਾਂ ਮੰਨਦੇ ਹਾਂ ਹਨਾ ਕਿ ਬਹੁਤ ਜ਼ਿਆਦਾ ਅਗਰ ਕੋਈ ਸੱਚ ਤੇ ਹੱਕ ਦੀ ਆਵਾਜ਼ ਚੁੱਕਦਾ ਆ ਤੇ ਇਹਦਾ ਮਤਲਬ ਕਿ ਉਹ ਜਾਗਦੀ ਜ਼ਮੀਰ ਵਾਲੇ ਪੱਤਰਕਾਰ ਆ ਤੇ ਆਪਣੇ ਕਿਤੇ ਤੋਂ ਕਿਤੇ ਜ਼ਿਆਦਾ ਉਹ ਇਨਸਾਨੀਅਤ ਦੀ ਕਦਰ ਕਰਨ ਵਾਲੇ ਇਨਸਾਨ ਆ ਨਾ। ਪਰ ਇਦਾਂ ਦੇ ਇਨਸਾਨ ਅਕਸਰ ਹੀ ਸਾਡੀਆਂ ਇਹਨਾਂ ਸਰਕਾਰਾਂ ਨੂੰ ਚੰਗੇ ਨਹੀਂ ਲੱਗਦੇ। ਜਿੱਦਾਂ ਕਿ ਹੁਣ ਜੇ ਆਪਾਂ ਯੂਥ ਦੀ ਗੱਲ ਕਰਦੇ ਹਾਂ ਕਿ ਯੂਥ ਨੂੰ ਜਗਾਇਆ ਸਾਡੇ ਸਿੰਗਰਸ ਨੇ, ਤੇ ਇਹਦੇ ਵਿੱਚ ਯੂਥ ਦੇ ਦੋ ਨੁਮਾਇੰਦੇ ਜਿਹੜੇ ਆ ਕਿ ਲੱਖਾ ਸਿਧਾਣਾ ਤੇ ਦੀਪ ਸਿੱਧੂ, ਉਹ ਵੀ ਸਰਕਾਰ ਨੂੰ ਬਿਲਕੁਲ ਵੀ ਚੰਗੇ ਨਹੀਂ ਲੱਗਦੇ। ਨਾ ਸਿਰਫ ਸਰਕਾਰ ਨੂੰ, ਹੋਰ ਵੀ ਸਾਡੀਆਂ ਇਹਨਾਂ ਸਰਕਾਰਾਂ ਦੇ ਨਾਲ ਜੁੜੇ ਹੋਏ ਜਿਹੜੇ ਉਹਨਾਂ ਦੇ ਲੋਕ ਆ ਜਾਂ ਆਪਾਂ ਕਹੀਏ ਉਹਨਾਂ ਦੇ ਚਮਚੇ ਆ, ਉਹ ਵੀ ਨਿਤ ਨਵੇਂ ਜਿਹੜੇ ਆ ਬਲੇਮ ਆ ਉਹ ਇਹਨਾਂ ਦੋਨਾਂ ਦੇ ਉੱਪਰ ਕੱਸਦੇ ਰਹਿੰਦੇ ਆ ਸ਼ਿਕੰਜੇ ਆਪਣੇ। ਪਰ ਇਸ ਗੱਲ ਤੋਂ ਆਪਾਂ ਨਹੀਂ ਇਨਕਾਰ ਕਰ ਸਕਦੇ ਕਿ ਸਾਡੇ ਯੂਥ ਨੂੰ ਜਗਾਉਣ ਦੇ ਵਿੱਚ ਇਹਨਾਂ ਦੋਨਾਂ ਦਾ ਸਭ ਤੋਂ ਜ਼ਿਆਦਾ, ਜੇ ਮੈਂ ਕਹਾਂ ਤੇ ਉਹ ਗੱਲ ਗਲਤ ਨਹੀਂ ਹੋਊਗੀ, ਕਿ ਬਹੁਤ ਜ਼ਿਆਦਾ ਯੋਗਦਾਨ ਦਿੱਤਾ ਇਹਨਾਂ ਦੋਨਾਂ ਨੇ। ਤੇ ਇਹਨਾਂ ਕਰਕੇ ਹੀ ਸ਼ਾਇਦ ਇਹੀ ਨਤੀਜਾ ਆ ਕਿ ਇੰਨੀ ਗਿਣਤੀ ਦੇ ਵਿੱਚ ਸਾਡਾ ਯੂਥ ਜਿਹੜਾ ਜੋਸ਼ ਦੇ ਨਾਲ ਭਰਿਆ ਹੋਇਆ, ਉਹਨਾਂ ਨੂੰ ਕੋਈ ਨਸ਼ਿਆਂ ਦੀ, ਕੋਈ ਹੋਰ ਕਿਸੇ ਪਾਸੇ ਉਹਨਾਂ ਦਾ ਧਿਆਨ ਨਹੀਂ ਹੈਗਾ। ਉਹਨਾਂ ਦਾ ਧਿਆਨ ਸਿਰਫ ਇਸੇ ਕਾਨੂੰਨਾਂ ਦੇ ਉੱਪਰ ਆ ਕਿ ਇਹ ਕਾਨੂੰਨ ਅਸੀਂ ਰੱਦ ਕਰਵਾਉਣੇ ਹੀ ਕਰਵਾਉਣੇ ਆ। ਇਹਦੇ ਨਾਲ ਪਰਮਿੰਦਰ ਮੈਂ ਹੋਰ ਵੀ ਕਹੂੰਗਾ, ਜਿਹੜਾ ਦੀਪ ਸਿੱਧੂ ਜਾਂ ਲੱਖੇ ਸਿਧਾਣੇ ਦੀ ਗੱਲ ਆ ਨਾ, ਉਹ ਇਸ ਐਜੀਟੇਸ਼ਨ ਦੇ ਵਿੱਚ ਵੀ ਆਪੋਜੀਸ਼ਨ ਦਾ ਜਿਹੜਾ ਰੋਲ ਆ ਉਹ ਨਿਭਾ ਰਹੇ ਨੇ। ਉਹ ਕਿਉਂਕਿ ਜਦੋਂ ਵੀ ਕਿਤੇ ਕੋਈ ਕਿਸਾਨ ਆ, ਕੋਈ ਸੜਕਦੇ ਆ, ਕੋਈ ਲਾਈਨ ਤੋਂ ਇੱਧਰ ਉੱਧਰ ਹੁੰਦੇ ਆ, ਉਹ ਝੱਟ ਰੌਲਾ ਪਾਉਂਦੇ ਆ ਤੇ ਉਹਨਾਂ ਨੂੰ ਫਿਰ ਉਸੇ ਟਰੈਕ ਤੇ ਲੈ ਆਉਂਦੇ ਆ। ਜਦੋਂ ਕੋਈ ਟਰੈਕ ਇੱਧਰ ਉੱਧਰ ਹੁੰਦਾ ਤਾਂ ਉੱਥੇ ਉਹ ਮਤਲਬ ਇੱਕ ਆਪੋਜੀਸ਼ਨ ਦਾ ਰੋਲ ਵੀ ਬੜਾ ਬਾਖੂਬੀ ਨਿਭਾ ਰਹੇ ਨੇ। ਚਾਹੇ ਉਹਨਾਂ ਨੂੰ ਕਿਸੇ ਸਟੇਜ ਤੇ ਬੋਲਣ ਤੋਂ ਮਨਾ ਕਰ ਦਿੱਤਾ ਗਿਆ, ਪਰ ਉਹ ਆਪਣਾ ਰੋਲ ਆ ਜਿਹੜਾ ਬਾਖੂਬੀ ਨਿਭਾ ਰਹੇ ਨੇ। ਇਸ ਸੰਘਰਸ਼ ਨੂੰ ਸਿੱਧੇ ਰਾਹ ਤੇ ਲਿਜਾਣ ਦੇ ਵਿੱਚ ਉਹਨਾਂ ਦਾ ਵੀ ਅਹਿਮ ਯੋਗਦਾਨ ਹੈ। ਜੀ ਵੀਰ ਜੀ, ਇਸੇ ਕਰਕੇ ਚਲੋ ਇਹ ਵੀ ਆਪਾਂ ਗੱਲ ਛੱਡ ਦਿੰਨੇ। ਤੇ ਹੁਣ ਜੇ ਆਪਾਂ ਖਾਲਸਾ ਏਡ ਦੀ ਗੱਲ ਕਰੀਏ, ਆਪਾਂ ਲੰਗਰਾਂ ਦੀ ਹੁਣੇ ਆਪਾਂ ਗੱਲ ਕੀਤੀ ਆ ਕਿ ਜੇ ਉਹ ਕਿਸੇ ਹੋਰ ਸੂਬੇ ਦੇ ਵਿੱਚ ਕਿਤੇ ਫਲੱਡ ਆਉਂਦੇ ਆ, ਕਿਤੇ ਕੁਝ ਵੀ ਹੁੰਦਾ ਆ, ਉਹ ਹੋਰ ਕਿਤੇ ਲੰਗਰ ਲਾਉਂਦੇ ਆ ਤਾਂ ਉਹਨਾਂ ਦੀ ਫੰਡਿੰਗ ਦੇ ਉੱਪਰ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਕੋਈ ਸਵਾਲ ਨਹੀਂ ਚੱਕਿਆ ਜਾਂਦਾ। ਪਰ ਹੁਣ ਜੇ ਉਹਨਾਂ ਦੇ ਆਪਣੇ ਪੰਜਾਬ ਦੇ ਉੱਪਰ ਕੋਈ ਭੀੜ ਪਈ ਆ ਜਾਂ ਉਹ ਆਪਣੇ ਪੰਜਾਬ ਦੇ ਲੋਕਾਂ ਦੇ ਲਈ, ਆਪਣੇ ਲੋਕਾਂ ਲਈ ਉਹੀ ਆਪਣੀ ਸੇਵਾ ਨਿਭਾ ਰਹੇ ਆ, ਤੇ ਹੁਣ ਉਹਨਾਂ ਦੇ ਉੱਪਰ ਵੀ ਜਿਹੜੇ ਸਵਾਲ ਇਹ ਕੱਸੇ ਉਹਨਾਂ ਨੂੰ ਵੀ ਖਾਲਿਸਤਾਨ ਦੇ ਨਾਲ ਜਾਂ ਉਹਨਾਂ ਦੀ ਫੰਡਿੰਗ ਦੇ ਉੱਪਰ ਤਰ੍ਹਾਂ ਤਰ੍ਹਾਂ ਦੇ ਜਿਹੜੇ ਆ ਬਲੇਮ ਜਾਂ ਇੱਕ ਸ਼ੰਕੇ ਜ਼ਾਹਿਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਸਾਡੀ ਸਰਕਾਰ। ਬਿਲਕੁਲ ਪਰਮਿੰਦਰ, ਉਹ ਜਦੋਂ ਮਤਲਬ ਇਹੀ ਖਾਲਸਾ ਏਡ ਭੁਜ ਦੇ ਵਿੱਚ ਜਾਂਦੀ ਹੈ ਜਾਂ ਕੇਰਲਾ ਦੇ ਵਿੱਚ ਜਾਂਦੀ ਹੈ, ਤਾਮਿਲਨਾਡੂ 'ਚ ਜਾਂਦੀ ਹੈ, ਜਦੋਂ ਇਹ ਹੋਰ ਪਾਸੇ ਜਾ ਕੇ ਸੇਵਾ ਕਰਦੇ ਨੇ ਹਿੰਦੁਸਤਾਨ ਦੇ ਵੱਖ-ਵੱਖ ਹਿੱਸਿਆਂ 'ਚ, ਤਾਂ ਭਾਰਤੀ ਮੀਡੀਆ ਉਦੋਂ ਇਹਨਾਂ ਦੀਆਂ ਰਿਪੋਰਟਾਂ ਨਾ ਵੱਡੀਆਂ 2-2 ਘੰਟੇ ਦੀ ਰਿਪੋਰਟਾਂ ਬਣਾ ਕੇ ਦਿਖਾਉਂਦੇ ਰਹੇ ਨੇ ਉਹਨਾਂ ਸਮਿਆਂ ਦੇ ਵਿੱਚ। ਉਦੋਂ ਕਿਸੇ ਨੇ ਕਿੰਤੂ ਪਰੰਤੂ ਨਹੀਂ ਕੀਤਾ ਵੀ ਇਹ ਕਿੱਥੋਂ ਪੈਸਾ ਆਇਆ, ਕਿਵੇਂ ਆਇਆ, ਕਿਹਨੇ ਦਿੱਤਾ, ਕਿੱਥੋਂ ਦਾਨ ਆਉਂਦਾ ਹੈਗਾ। ਤੇ ਹੁਣ ਇਹਨਾਂ ਨੂੰ ਵਾਕਈ ਇਹ ਤੁਹਾਡੀ ਗੱਲ ਸਹੀ ਹੈ ਵੀ ਹੁਣ ਇਹਨਾਂ ਨੂੰ ਸਾਰਾ ਕੁਝ ਕਦੇ ਖਾਲਿਸਤਾਨ ਨਾਲ ਜੋੜ ਦਿੰਦੇ ਆ, ਕਦੇ ਪਾਕਿਸਤਾਨ ਨਾਲ ਜੋੜ ਦਿੰਦੇ ਆ। ਕਮਾਲ ਦੀ ਗੱਲ ਤਾਂ ਇਹ ਹੈ ਵੀ ਇੱਕ ਪਾਸੇ ਤਾਂ ਸਾਰਾ ਭਾਰਤੀ ਮੀਡੀਆ ਕਹੀ ਜਾਂਦਾ ਵੀ ਪਾਕਿਸਤਾਨ ਕੋਲੇ ਆਹ ਖਰੀਦਣ ਨੂੰ ਪੈਸੇ ਨਹੀਂ, ਪਾਕਿਸਤਾਨ ਕੋਲੇ ਕਣਕ ਖਰੀਦਣ ਨੂੰ ਪੈਸੇ ਨਹੀਂ, ਪਾਕਿਸਤਾਨ ਕੋਲੇ ਫਲਾਨਾ ਨਹੀਂ, ਤੇ ਦੂਜੇ ਪਾਸੇ ਰੌਲਾ ਪਾਉਣ ਲੱਗ ਜਾਂਦਾ ਵੀ ਇਹਨੂੰ ਐਜੀਟੇਸ਼ਨ ਨੂੰ ਫੰਡਿੰਗ ਕਰ ਰਹੇ ਨੇਗੇ। ਵੀ ਇੱਕ ਪਾਸੇ ਦਾ ਉਹਨੂੰ ਮਲੰਗ ਦੱਸੀ ਜਾਂਦੇ ਆ, ਦੂਜੇ ਪਾਸੇ ਕਹੀ ਜਾਂਦੇ ਉਹ ਫੰਡਿੰਗ ਕਰ ਰਿਹਾ ਹੈਗਾ। ਤੋਂ ਇਸ ਤਰ੍ਹਾਂ ਦੀਆਂ ਗੱਲਾਂ ਮਤਲਬ ਭਾਰਤੀ ਮੀਡੀਆ ਜਿੰਨਾ ਪ੍ਰਚਾਰ ਕੂੜ ਪ੍ਰਚਾਰ ਕੀਤਾ ਜਾ ਰਿਹਾ ਨਾ ਵੀ ਇਸ ਅੰਦੋਲਨ ਕਰਕੇ ਤਾਂ ਬਹੁਤ ਹੀ ਕੁਝ ਮਤਲਬ ਨੰਗਾ ਵੀ ਹੋ ਗਿਆ। ਇੱਕ ਇਹ ਗੱਲ ਨਹੀਂ ਹੈਗੀ ਪਹਿਲਾਂ ਸ਼ਾਇਦ ਕੋਈ ਭਰਮ ਭੁਲੇਖੇ ਸੀਗੇ, ਹੁਣ ਬਹੁਤ ਸਾਰਾ ਕੁਝ ਇਹਨਾਂ ਦਾ ਨੰਗਾ ਹੋਇਆ ਵੀ ਕਿਵੇਂ ਝੂਠ ਬੋਲਦੇ ਨੇ, ਕਿਸ ਤਰ੍ਹਾਂ ਦਾ ਝੂਠ ਆ ਜਿਹੜਾ ਪਰੋਸ ਕੇ ਲੋਕਾਂ ਦੇ ਸਾਹਮਣੇ ਕਿਸ ਤਰ੍ਹਾਂ ਰੱਖਦੇ ਨੇ। ਬਹੁਤ ਕੁਝ ਇਹਨਾਂ ਦਾ ਇਸ ਵਾਰ ਜਿਹੜੇ ਪੜਦੇ ਆ ਉਹ ਚੱਕੇ ਗਏ ਨੇਗੇ। ਨਾ ਸਿਰਫ ਵੀਰ ਜੀ ਇਕੱਲੇ ਆਪਾਂ ਗੋਦੀ ਮੀਡੀਆ ਦੀ ਗੱਲ ਕਰਦੇ ਹਾਂ, ਕਈ ਸਾਡੇ ਆਗੂ ਜਾਂ ਸਾਡੇ ਕਹੀਏ ਲੀਡਰ ਵੀ ਆ ਜਿਨ੍ਹਾਂ ਦੇ ਕਿ ਚਿਹਰਿਆਂ ਦੇ ਉੱਪਰ ਉਹ ਨਕਾਬ ਜਿਹੜੇ ਆ ਉਹ ਚੁੱਕੇ ਗਏ ਇਸੇ ਸੰਘਰਸ਼ ਦੇ ਦਰਮਿਆਨ। ਤੇ ਹੋਰ ਪਤਾ ਨਹੀਂ ਜਦੋਂ ਤੱਕ ਇਹ ਸੰਘਰਸ਼ ਚੱਲੇਗਾ ਕਿੰਨੇ ਕੁ ਚਿਹਰੇ ਜਿਹੜੇ ਸਾਨੂੰ ਆ ਉਹਨਾਂ ਦਾ ਨਵਾਂ ਰੂਪ ਸਾਨੂੰ ਦੇਖਣ ਨੂੰ ਮਿਲੇਗਾ। ਖੈਰ ਆਪਾਂ ਵਧਦੇ ਹਾਂ ਜੀ ਆਪਣੇ ਸਵਾਲਾਂ ਦੇ ਵੱਲ। ਤੇ ਅਗਲਾ ਵੀਰ ਜੀ ਸਵਾਲ ਜਿਹੜੀ ਆਪਣੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦੀ ਮੀਟਿੰਗ ਹੋਈ ਆ ਨਾਨਕਸਰੀਆ ਬਾਬਾ ਲੱਖਾ ਸਿੰਘ ਜੀ ਦੇ ਨਾਲ, ਤੇ ਉਹਦੇ ਵਿੱਚ ਕੀ ਵਿਚਾਰ ਚਰਚਾ ਰਹੀ ਉਹਨਾਂ ਦੀ? ਇਹਦਾ ਪਰਮਿੰਦਰ ਤੋਂ ਮੈਂ ਤੋਂ ਪਹਿਲਾਂ ਹੀ ਦੱਸਦਾ ਵੀ ਬਹੁਤ ਸਾਰੇ ਚਿਹਰੇ ਆ ਜਿਹੜੇ ਨੰਗੇ ਹੋਣ ਲੱਗੇ ਨੇ। ਇਹ ਵੀ ਉਹਨਾਂ 'ਚ ਇੱਕ ਚਿਹਰਾ ਗਾ, ਜਿਹੜੇ ਚਿਹਰੇ ਨੰਗੇ ਹੋਣ ਲੱਗੇ ਨੇ ਬਾਬਾ ਜੀ ਵੀ ਉਹਨਾਂ 'ਚ ਇੱਕ ਚਿਹਰਾ ਗਾ। ਇਹ ਮਤਲਬ ਪਤਾ ਲੱਗ ਰਿਹਾ ਸਾਨੂੰ ਵੀ ਸਰਕਾਰ ਦੇ ਸਾਡੇ ਤੇ ਛੱਡੇ ਹੋਏ ਕਿੱਥੇ ਕਿੱਥੇ ਬੰਦੇ ਬੈਠੇ ਆ, ਕਿਸ ਤਰ੍ਹਾਂ ਦੇ ਬੰਦੇ ਨੇਗੇ। ਇਹ ਵੀ ਉਹਨਾਂ ਦੇ ਵਿੱਚੋਂ ਇੱਕ ਪਾਰਟ ਹੈ ਜਿਹੜਾ ਮਤਲਬ ਸਰਕਾਰ ਦੇ ਇੱਥੇ ਸਾਡੇ ਤੇ ਫਿੱਟ ਕੀਤੇ ਹੋਏ ਨੇ। ਕਿਉਂਕਿ ਹੁਣ ਬਹੁਤ ਕੁਛ ਅਜਿਹਾ ਹੋਰ ਵੀ ਨੰਗਾ ਹੋ ਰਿਹਾ ਹੋਣਾ ਆਉਣ ਵਾਲੇ ਦਿਨਾਂ 'ਚ ਤੇ ਹੋ ਵੀ ਰਿਹਾ ਗਾ।
ਕਿਉਂਕਿ ਬਾਬਾ ਲੱਖਾ ਸਿਧਾਣਾ ਸਰਕਾਰ ਦੇ ਨਾਲ ਨਰਿੰਦਰ ਮੰਤਰੀ ਜਿਹੜਾ ਆਪਣਾ ਨਰਿੰਦਰ ਤੋਮਰ ਦੇ ਨਾਲ ਗੱਲ ਕਰਨ ਜਾਂਦਾ ਹੈ, ਖੇਤੀਬਾੜੀ ਮੰਤਰੀ ਦੇ ਨਾਲ, ਕੀ ਬਾਬਾ ਲੱਖੇ ਸਿਧਾਣੇ ਨੇ ਕਿਸਾਨਾਂ ਨਾਲ ਦੇ ਆਗੂਆਂ ਨਾਲ ਉਦੋਂ ਪਹਿਲਾਂ ਗੱਲਬਾਤ ਕੀਤੀ ਹੈ ਕੋਈ ਵੀ ਮੈਂ ਜਾ ਰਿਹਾ, ਮੈਨੂੰ ਮੰਤਰੀ ਨੇ ਬੁਲਾਇਆਗਾ, ਮੈਂ ਗੱਲ ਕਰਨ ਜਾ ਰਿਹਾਗਾ, ਮੈਨੂੰ ਕੀ ਗੱਲ ਕਰਨੀ ਚਾਹੀਦੀ ਹੈ, ਕੀ ਉਹਨੂੰ ਪਤਾ ਹੈ ਵੀ ਇਹ ਖੇਤੀ ਕਾਨੂੰਨ ਕੀ ਨੇ, ਕਦੇ ਉਹਦਾ ਕੋਈ ਬਿਆਨ ਸੁਣਿਆ ਉਹਦਾ ਖੇਤੀ ਕਾਨੂੰਨਾਂ ਬਾਰੇ? ਸੋ ਉਹ ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਵੀ ਜਿਹੜਾ ਸਿੱਖੀ ਦੇ ਵਿੱਚ ਵੀ ਮਤਲਬ ਇਹ ਲੰਗਰ ਲਾ ਲਓ, ਇਹ ਇਸ ਤਰ੍ਹਾਂ ਦਾ ਕਰ ਲਓ, ਇਹ ਭੂਰਿਆਂ ਦੇ ਵਿੱਚ ਬੈਠ ਜਾਓ, 40 ਕੱਟੀ ਜਾਓ, ਜਿਹੜਾ ਕੁਝ ਮਤਲਬ ਕਰਮ ਕਾਂਡ ਹੈ, ਜੇ ਇਹੋ ਜਿਹਾ ਕੁਝ ਚੱਲੀ ਜਾਂਦਾ ਤਾਂ ਉਹ ਪਸੰਦ ਹੈਗਾ ਸਰਕਾਰਾਂ ਨੂੰ ਵੀ, ਔਰ ਉਹ ਕਰਮ ਕਾਂਡ ਕਰਨ ਵਾਲੇ ਲੋਕ ਆ ਜਿਹੜੇ ਉਹ ਵੀ ਉਹਨਾਂ ਵਿਪਰਵਾਦੀ ਲੋਕਾਂ ਦੇ ਹੀ ਪਾਲੇ ਹੋਏ ਨੇ ਜੀ, ਕਿਉਂਕਿ ਸਰਕਾਰ ਦੇ ਮਗਰ ਆਰਐਸਐਸ ਆ, ਆਰਐਸਐਸ ਹੀ ਚਲਾ ਰਹੀ ਹੈ ਸਰਕਾਰ ਨੂੰ, ਤੇ ਇਹਨਾਂ ਦੇ ਸਿੱਧੇ ਸੰਬੰਧ ਨੇ ਆਰਐਸਐਸ ਨਾਲ, ਇਹ ਜ਼ਾਹਰ ਹੁੰਦੇ ਆ। ਹੁਣ ਹੁਣ ਬਾਬੇ ਲੱਖੇ ਨੂੰ ਬੁਲਾਉਣ ਵਾਲੀ ਜਿਹੜੀ ਗੱਲ ਹੈਗੀ ਉਹ ਸਾਬਤ ਕਰਦੀ ਆ ਇਹਨੂੰ, ਇਹਦਾ ਕੀ ਸਰਕਾਰ ਨਾਲ ਕੀ ਤਾਲਮੇਲ, ਨਾ ਉਹ ਕਿਸਾਨ ਆਗੂ ਆ, ਨਾ ਉਹ ਕੋਈ ਸਿਆਸੀ ਆਗੂ ਆ, ਨਾ ਕੋਈ ਹੋਰ ਹੈ। ਮਤਲਬ ਇਹ ਕਹਿ ਵੀ ਸਕਦੇ ਆਪਾਂ, ਚਲੋ ਮੰਨੀ ਜਾਂਦੀ ਗੱਲ ਹੈ ਵੀ ਜਿਹੜਾ ਉਹ ਬਾਬਾ ਸੀਚੇ ਵਾਲਾ ਉਹ ਕਿਸਾਨ ਮੋਰਚਿਆਂ ਦੇ ਵਿੱਚ ਜਾ ਰਿਹਾ ਬੋਲ ਰਿਹਾ, ਉਹਨੂੰ ਬੁਲਾ ਲੈਂਦੇ, ਕਿਸੇ ਦੇ ਗੱਲ ਸਮਝ ਵੀ ਆਉਂਦੀ ਵੀ ਚਲੋ ਉਹ ਤੁਰਿਆ ਫਿਰਦਾ ਕਿਸਾਨਾਂ ਦੇ ਲੀਡਰਾਂ ਦੇ ਨਾਲ, ਉਹਦੇ ਵਾਹ ਵਾਸਤਾ ਗਾ, ਪਰ ਇਹ ਤਾਂ ਗੱਲ ਵੀ ਨਹੀਂ ਸਮਝ ਆਉਂਦੀ ਹੁਣ ਆਮ ਬੰਦਾ ਕੀ ਸੋਚੂਗਾ ਇਹਦੇ ਬਾਰੇ, ਕਿਉਂਕਿ ਇਹਨਾਂ ਦਾ ਜਿਹੜਾ ਪਿਛੋਕੜ ਹੈ ਨਾ ਪਿਛਲੇ ਸਮੇਂ ਦੌਰਾਨ, ਜਦੋਂ ਅਸੀਂ ਨਾਨਕਸਰ ਵਾਲੇ ਬਾਬਿਆਂ ਦਾ ਪਿਛੋਕੜ ਦੇਖਦੇ ਹਾਂ ਤਾਂ ਬਹੁਤ ਕੁਝ ਛੁਪਿਆ ਪਿਆ ਇਹਦੇ ਵਿੱਚ। ਪਿਛਲਾ ਸਮਾਂ ਜਿਹੜਾ ਪੰਜਾਬ ਦੇ ਵਿੱਚ ਵੱਡੀ ਪੱਧਰ ਦੇ ਉੱਪਰ ਨੌਜਵਾਨਾਂ ਦਾ ਸ਼ਿਕਾਰ ਖੇਡਿਆ ਗਿਆ ਸਰਕਾਰ ਵੱਲੋਂ, ਪੰਜਾਬ ਦੀ ਨੌਜਵਾਨੀ ਖਾਸ ਕਰਕੇ ਸਿੱਖ ਨੌਜਵਾਨੀ ਦਾ ਜਿਹੜਾ ਖੂਨ ਆ ਬਹਾਇਆ ਗਿਆ 1983 ਤੋਂ ਬਾਅਦ, ਪੂਰਾ ਇੱਕ ਦਹਾਕਾ 1995 ਤੱਕ ਪੰਜਾਬ ਦੇ ਵਿੱਚ ਖੂਨ ਦੀ ਹੋਲੀ ਜਿਹੜੀ ਖੇਡੀ ਗਈ ਆ, ਉਹਦੇ ਦੌਰਾਨ ਵੀ ਇਹਦੇ ਵਿੱਚ ਬਹੁਤ ਕੁਛ ਇਸ ਰੋਲ ਆ ਜਿਹੜਾ ਇਹ ਹੋਰ ਤਰ੍ਹਾਂ ਦਾ ਆਉਂਦਾ। ਕਿਉਂਕਿ ਤੁਹਾਡੇ ਯਾਦ ਹੋਣਾ ਪਿਛਲੇ ਵਾਰ ਇੱਕ ਬਾਬਾ ਆਪਣੇ ਦੀਵਾਨ ਦੇ ਵਿੱਚ ਕਹਿ ਰਿਹਾ ਕਿ ਬੇਅੰਤ ਸਿੰਘ ਮੁੱਖ ਮੰਤਰੀ ਨੂੰ ਤਾਂ ਰਾਜ ਭਾਗ ਹੀ ਅਸੀਂ ਬਖਸ਼ਿਆ ਸੀ, ਉਹਨਾਂ ਨੇ ਇਹ ਗੱਲ ਕਹੀ ਸੀ, ਪਤਾ ਨਹੀਂ ਕਿਹੜੇ ਵੱਡੇ ਮਹਾਪੁਰਸ਼ ਸਾਡੇ ਪਹਿਲਾਂ ਉੱਥੇ ਕੀਰਤਨ ਕਰ ਰਹੇ ਸੀ, ਹੁਣ ਮੈਨੂੰ ਤਾਂ ਇਹਨਾਂ ਦੇ ਇੰਨੇ ਬਾਬੇ ਇੰਨੇ ਆ ਵੀ ਨਾਮ ਹੀ ਨਹੀਂ ਆਉਂਦੇ ਸਾਰਿਆਂ ਦੇ ਵੀ ਕਿਹੜੇ ਬਾਬੇ ਸੀਗੇ, ਉਹ ਪਤਾ ਨਹੀਂ ਕਿਸੇ ਆਪਣੇ ਵੱਡੇ ਮਹਾਪੁਰਖ ਦਾ ਨਾਮ ਲੈ ਰਿਹਾ ਵੀ ਉਹ ਬੈਠੇ ਦੀਵਾਨ ਲਾਉਂਦੇ ਸੀ, ਤੇ ਉਹ ਉੱਥੋਂ ਉਤਰ ਕੇ ਆਇਆ, ਪਤਾ ਨਹੀਂ ਕਿਤੇ ਰਸਤੇ 'ਚ ਮਿਲਿਆ, ਉਹਨੇ ਪੈਰੀ ਹੱਥ ਲਾਏ ਬੇਅੰਤ ਸਿੰਘ ਨੇ, ਤੇ ਵੱਡੇ ਬਾਬਿਆਂ ਨੇ ਵਚਨ ਕਰਤੇ ਵੀ ਜਾ ਤੈਨੂੰ ਅਸੀਂ ਪੰਜਾਬ ਦਾ ਰਾਜ ਬਖਸ਼ਿਆ। ਸੋ ਇਹੋ ਜਿਹੀਆਂ ਗੱਲਾਂ ਜਿਹੜੇ ਨੂੰ ਮਤਲਬ ਸਾਰਾ ਪੰਜਾਬ ਸਾਡਾ ਉਹਨੂੰ ਕਿਸ ਰੂਪ ਦੇ ਵਿੱਚ ਦੇਖਦਾ, ਤੇ ਇਹ ਉਸ ਬੰਦੇ ਨੂੰ ਕਹਿੰਦੇ ਆ ਵੀ ਅਸੀਂ ਰਾਜ ਭਾਗ ਅਸੀਂ ਬਖਸ਼ਿਆ ਗਾ, ਤੇ ਸਾਰਾ ਪੰਜਾਬ ਨੂੰ ਸਿੱਖਾਂ ਦੇ ਕਾਤਲਾਂ ਵਜੋਂ ਦੇਖ ਰਿਹਾ ਹੈਗਾ। ਸੋ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਨਾਨਕਸਰ ਬਾਰੇ ਪਹਿਲਾਂ ਵੀ ਚੱਲਦੀਆਂ ਰਹੀਆਂ ਨੇਗੀਆਂ, ਤੇ ਹੁਣ ਵੀ ਮਤਲਬ ਹੁਣ ਤਾਂ ਨੰਗੇ ਹੀ ਹੋ ਗਏ ਨੇ ਆਹ ਗੱਲ ਨਾਲ, ਤਾਂ ਬਿਲਕੁਲ ਜਿਹੜਾ ਕੋਈ ਸਾਰਾ ਕੁਝ ਜਿਸ ਤਰ੍ਹਾਂ ਤੁਸੀਂ ਪਹਿਲਾਂ ਹੀ ਜ਼ਿਕਰ ਕਰਤਾ ਸੀ ਮੇਰੇ ਤੋਂ ਵੀ ਬਹੁਤ ਕੁਝ ਨੰਗਾ ਹੋ ਰਿਹਾ, ਇਹ ਵੀ ਉਹਦੇ ਵਿੱਚ ਇੱਕ ਪਾਰਟੀ ਹੈ ਜੀ। ਵੀਰ ਜੀ ਇੱਕ ਹੋਰ ਸਾਡੇ ਐਸਜੀਪੀਸੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਇੱਕ ਸਟੇਟਮੈਂਟ ਦਿੱਤੀ ਗਈ ਹੈ ਕਿ ਸ਼ਤਾਬਦੀ ਸਮਾਰੋਹਾਂ ਦੇ ਵਿੱਚ ਆ ਉਹ ਨਰਿੰਦਰ ਮੋਦੀ ਨੂੰ ਜਿਹੜਾ ਆ ਨਿਮੰਤਰਣ ਨਹੀਂ ਦੇਣਗੇ, ਉਹ ਕੀ ਮੁੱਦਾ ਆ? ਹਾਂਜੀ, ਕਮਾਲ ਹੀ ਹੈ ਵੀ ਮਤਲਬ ਸਮੇਂ ਦਾ ਗੇੜ ਕਹਿ ਲਈਏ ਜਾਂ ਇਹਨੂੰ ਕੀ ਕਹਿ ਸਕਦੇ ਆ, ਹੁਣ ਮਤਲਬ ਵਕਤ ਦੀ ਮਾਰ ਕਹਿ ਲਈਏ, ਕੀ ਕਹਿ ਸਕਦੇ ਇਹਨੂੰ ਆਪਾਂ, ਕਿਉਂਕਿ ਜਿਹੜਾ ਅਕਾਲੀ ਦਲ ਕਦੇ ਮਤਲਬ ਸੁਪਨਾ ਵੀ ਸੀ ਲੈਂਦਾ ਵੀ ਉਹ ਛੋਟੀ ਗੱਲ ਦੇ ਉੱਪਰ ਕਰ ਲਓ ਮੱਛੀ ਮਿਹਨਤਾਂ ਕਰਕੇ ਪ੍ਰਧਾਨ ਮੰਤਰੀ ਨੂੰ ਲਿਆਉਂਦਾ ਸੀ, ਉਹਨਾਂ ਨੂੰ ਲੱਗਦਾ ਸੀ ਵੀ ਸਾਡਾ ਕੋਈ ਜਿਹੜਾ ਪ੍ਰੋਗਰਾਮ ਉਹ ਨੇਪਰੇ ਨਹੀਂ ਚੜ੍ਹਨਾ ਹੈਗਾ ਜਿੰਨਾ ਚਿਰ ਇਹਦੇ ਵਿੱਚ ਮਤਲਬ ਨਰਿੰਦਰ ਮੋਦੀ ਦੀ ਸ਼ਿਰਕਤ ਨਹੀਂ ਕਰਦੇ। ਪਿਛਲੇ ਸਮੇਂ ਦੌਰਾਨ ਸਾਡੇ ਸਾਹਮਣੇ ਬਹੁਤ ਸਾਰੇ ਗੱਲਾਂ ਸਾਡੇ ਸਾਹਮਣੇ ਨੇਗੀਆਂ, ਮਤਲਬ ਜਿਸ ਤਰ੍ਹਾਂ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਗੱਲ ਕਰ ਲਈਏ ਜਾਂ ਪਿਛਲੀਆਂ ਕੁਝ ਸ਼ਤਾਬਦੀਆਂ ਦੀ ਗੱਲ ਕਰ ਲਈਏ ਜੀ, ਹਰ ਸ਼ਤਾਬਦੀ ਦੇ ਵਿੱਚ ਇਹਨਾਂ ਦਾ ਪੂਰਾ ਜ਼ੋਰ ਲੱਗਿਆ ਹੁੰਦਾ, ਲੋਕਾਂ ਨੂੰ ਚਾਹੇ ਕਿੰਨਾ ਹੀ ਪਰੇਸ਼ਾਨ ਹੋਣਾ ਪੈਂਦਾ, ਪਰ ਇਹਨਾਂ ਨੂੰ ਉਹਨਾਂ ਚਿਰ ਸਬਰ ਨਹੀਂ ਸੀ ਆਉਂਦਾ ਜਿੰਨਾ ਚਿਰ ਪ੍ਰਧਾਨ ਮੰਤਰੀ ਸਾਹਿਬ ਇਹਨਾਂ ਦੇ ਸਮਾਗਮ ਦੇ ਵਿੱਚ ਨਹੀਂ ਆਉਂਦੇ ਸੀਗੇ। ਤੇ ਹੁਣ ਜਦੋਂ ਬਦਲ ਗਏ ਹਾਲਾਤ ਤਾਂ ਗੱਠਜੋੜ ਟੁੱਟ ਗਿਆ, ਉਸ ਤੋਂ ਬਾਅਦ ਮਤਲਬ ਪੰਜਾਬ ਦੇ ਵੀ ਹਾਲਾਤ ਜਿਹੇ ਹੋਏ ਵੇਰੇਗੇ, ਹੁਣ ਇਹਨਾਂ ਨੂੰ ਆਪ ਨੂੰ ਵੀ ਬਾਹਰ ਨਿਕਲਣਾ ਦੁੱਭਰ ਹੋਇਆ ਪਿਆਗਾ। ਸਾਡੇ ਸਾਹਮਣੇ ਆ ਵੀ ਜਦੋਂ ਫਤਿਹਗੜ੍ਹ ਸਾਹਿਬ ਸੁਖਬੀਰ ਸਿੰਘ ਬਾਦਲ ਨਾਲ ਕੀ ਕੁਝ ਹੋਇਆ, ਤੇ ਪਿਛਲੇ ਦਿਨਾਂ ਦੇ ਵਿੱਚ ਮਾਨਸਾ ਏਰੀਏ ਦੇ ਵਿੱਚ ਬੁਲਾਡੇ ਗਈ ਹਰਸਿਮਰਤ ਕੌਰ ਬਾਦਲ ਦੇ ਨਾਲ ਕੀ ਕੁਝ ਹੋਇਆਗਾ, ਤੇ ਲੋਕ ਇਹਨਾਂ ਨੂੰ ਵੀ ਬਾਹਰ ਨਿਕਲਣ ਤੋਂ ਰੋਕ ਰਹੇ ਨੇਗੇ। ਸੋ ਸਾਰੀ ਦੁਨੀਆ ਨੂੰ ਮਤਲਬ ਦੁਨੀਆ ਨੂੰ ਲੋਕਾਂ ਨੂੰ ਭਾਂਪਦੇ ਹੋਏ ਸ਼ਾਇਦ ਇਹ ਫੈਸਲਾ ਲੈ ਲਿਆ, ਬੀਬੀ ਜਗੀਰ ਕੌਰ ਨੇ ਕਹਿਤਾ ਵੀ ਹੁਣ ਜਿਹੜੀਆਂ ਸ਼ਤਾਬਦੀਆਂ ਅਸੀਂ ਮਨਾਵਾਂਗੇ, ਕਿਉਂਕਿ 2 ਸ਼ਤਾਬਦੀਆਂ ਹੁਣ ਆ ਰਹੀਆਂ ਨੇਗੀਆਂ, ਉਹਨਾਂ 2 ਸ਼ਤਾਬਦੀਆਂ ਦੇ ਵਿੱਚ ਅਸੀਂ ਇੱਕ ਤਾਂ ਜਿਹੜਾ ਸਾਕਾ ਨਨਕਾਣਾ ਸਾਹਿਬ ਦੀ ਜਿਹੜੀ ਸ਼ਤਾਬਦੀ ਆ ਰਹੀ ਹੈਗੀ, ਇੱਕ 9ਵੇਂ ਪਾਤਸ਼ਾਹ ਨਾਲ ਸੰਬੰਧਿਤ ਸ਼ਤਾਬਦੀ ਆ ਜਿਹੜੀ ਉਹ ਆ ਰਹੀ ਆ। ਤੋ ਇਹਨਾਂ ਦੋਨਾਂ ਸ਼ਤਾਬਦੀਆਂ ਨੂੰ ਮਨਾਉਣ ਦੀ ਜਦੋਂ ਗੱਲ ਕੀਤੀ ਤਾਂ ਇਹਨਾਂ ਨੇ ਕਿਹਾ ਵੀ ਅਸੀਂ ਇਹਨਾਂ ਪ੍ਰਧਾਨ ਮੰਤਰੀ ਨੂੰ ਸੱਦਾ ਨਹੀਂ ਦੇਵਾਂਗੇ, ਤੇ ਉਹਦੇ ਉੱਪਰ ਕਿੰਤੂ ਪਰੰਤੂ ਉੱਠਿਆ, ਬਹੁਤ ਸਾਰਾ ਵਿਵਾਦ ਵੀ ਹੋਇਆ, ਕਿਉਂਕਿ ਸਿਆਸੀ ਲੋਕਾਂ ਨੂੰ ਗੱਲ ਚਾਹੀਦੀ ਸੀ। ਕਾਂਗਰਸ ਨੇ ਉਹਦੇ ਉੱਪਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਵੀ ਇਹ ਮਤਲਬ
ਇਹਨਾਂ ਨੂੰ ਇਸ ਤਰ੍ਹਾਂ ਦਾ ਬਿਆਨ ਨਹੀਂ ਦੇਣਾ ਚਾਹੀਦਾ, ਪ੍ਰਧਾਨ ਮੰਤਰੀ ਨੂੰ ਵੀ ਅਸੀਂ ਨਹੀਂ ਸੱਦਾਂਗੇ ਤੇ ਇਹਨਾਂ ਨੂੰ ਬੁਲਾਉਣਾ ਚਾਹੀਦਾ ਸੀਗਾ। ਸੋ ਇਹ ਕਿਸੇ ਦਾ ਵੀ ਨਿੱਜੀ ਪ੍ਰੋਗਰਾਮ ਨਹੀਂ ਹੈਗਾ। ਤੇ ਦੂਸਰੇ ਪਾਸੇ ਅੱਜ ਹੀ ਹਰਜੀਤ ਗਰੇਵਾਲ ਕਹਿ ਰਿਹਾ ਸੀ ਵੀ ਇਹਨਾਂ ਦੀ ਇਹ ਜਿਹੜੀ ਸ਼੍ਰੋਮਣੀ ਕਮੇਟੀ ਹੈ ਬਾਦਲ ਕੀ ਨਿੱਜੀ ਕੰਪਨੀ ਬਣਾਈ ਹੋਈ ਹੈ, ਜਿਹਨੂੰ ਸੱਦਣ ਜਿਹਨੂੰ ਮਰਜ਼ੀ ਨਾ ਸੱਦਣ, ਇਹ ਤਾਂ ਇਹਨਾਂ ਦੇ ਘਰ ਦੀ ਹੈਗੀ। ਸੋ ਇਸ ਤਰ੍ਹਾਂ ਦੀ ਗੱਲ ਕੀਤੀ ਜਾ ਰਹੀ ਹੈ। ਪਰ ਬੀਬੀ ਜਗੀਰ ਕੌਰ ਨੇ ਸਪਸ਼ਟ ਕੀਤਾ ਕਿਸੇ ਚੈਨਲ ਨਾਲ ਗੱਲ ਕਰਦਿਆਂ ਹੋਇਆ, ਉਹਨਾਂ ਨੇ ਕਿਹਾ ਵੀ ਉਹ ਲੋਕ ਨਹੀਂ ਚਾਹੁੰਦੇ ਤੇ ਅਸੀਂ ਸੱਦਾ ਪਤਾਵਾਂਗੇ। ਜੇ ਐ ਜੇ ਇੱਕ ਸ਼ਰਧਾਲੂ ਐ ਜੇ ਇੱਕ ਸਿੱਖ ਉਹ ਆਉਣਾ ਚਾਹੁੰਦੇ ਨੇਗੇ ਤਾਂ ਉਹ ਆ ਸਕਦੇ ਨੇ, ਪਰ ਵਿਸ਼ੇਸ਼ ਸੱਦਾ ਉਹਨਾਂ ਨੂੰ ਕੋਈ ਨਹੀਂ ਦਿੱਤਾ ਜਾਊ। ਜੀ ਵੀਰ ਜੀ, ਵੀਰ ਜੀ ਮਤਲਬ ਕਈ ਲੁਕੇ ਹੋਏ ਜਿਹੜੇ ਗੱਠਜੋੜ ਆ ਉਹ ਉੱਭਰ ਰਹੇ ਆ, ਤੇ ਜਿਹੜੇ ਉੱਭਰੇ ਹੋਏ ਗੱਠਜੋੜ ਪਿਛਲੇ ਕਈ ਲੰਬੇ ਸਮੇਂ ਤੋਂ ਆ ਰਹੇ ਆ ਕਿ ਉਹਨਾਂ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਆਪਾਂ ਇਹ ਕਹਿ ਸਕਦੇ ਹਾਂ। ਬਿਲਕੁਲ ਬਿਲਕੁਲ, ਬੜਾ ਕੁਝ ਹੋਇਆ ਜਾ ਰਿਹਾ। ਹੁਣ ਦੇਖੋ ਜਦੋਂ ਪਿਛਲੇ ਦਿਨਾਂ ਦੇ ਵਿੱਚ ਢੀਂਡ ਸਿੰਘ ਹੁਣੀ ਅੱਡ ਹੋਏ ਨੇ, ਸੁਖਦੇਵ ਸਿੰਘ ਢੀਂਡਸਾ ਹੁਣੀ ਬਾਗੀ ਹੋ ਗਏ ਸੀ ਬਾਦਲ ਦਲ ਨਾਲੋਂ, ਉਦੋਂ ਇਹ ਗੱਲ ਦੀ ਚਰਚਾ ਹੋ ਗਈ ਸੀਗੀ ਵੀ ਹੁਣ ਜੀ ਸੁਖਦੇਵ ਸਿੰਘ ਢੀਂਡਸਾ ਹੁਣਾਂ ਤੇ ਹੱਥ ਰੱਖ ਦੇਣਾ ਭਾਜਪਾ ਨੇ ਤੇ ਭਾਜਪਾ ਨਾਲ ਜਾਣਗੇ। ਤੇ ਉਹ ਹਾਲਾਤ ਇਹੋ ਜਿਹੇ ਬਣ ਗਏ, ਹੁਣ ਸੁਖਦੇਵ ਸਿੰਘ ਢੀਂਡਸਾ ਹੁਣ ਵੀ ਭਾਜਪਾ ਦਾ ਨਾਂ ਲੈਣ ਤੋਂ ਡਰਨ ਲੱਗ ਗਿਆ। ਤੋ ਇਹ ਹਾਲਾਤਾਂ ਦੇ ਮੱਦੇ ਨਜ਼ਰ ਬਹੁਤ ਕੁਝ ਮਤਲਬ ਜਿਹੜਾ ਓਪਨ ਸੀ ਉਹਨੂੰ ਢਕਿਆ ਜਾ ਰਿਹਾ, ਜਿਹੜਾ ਢਕਿਆ ਸੀ ਉਹ ਨੰਗਾ ਹੋ ਰਿਹਾ। ਜੀ ਵੀਰ ਜੀ, ਵੀਰ ਜੀ ਅਗਲਾ ਸਵਾਲ ਆ, ਭਾਜਪਾ ਆਗੂ ਹਰਜੀਤ ਗਰੇਵਾਲ ਦਾ ਨਾਮ ਅੱਜ ਕੱਲ੍ਹ ਬਹੁਤ ਸੁਰਖੀਆਂ ਦੇ ਵਿੱਚ ਰਹਿ ਰਿਹਾ ਆ, ਤੇ ਉਹਨਾਂ ਦੇ ਨਾਲ ਵੀ ਮਤਲਬ ਜਿਹੜੇ ਉਹਨਾਂ ਦੇ ਖਿਲਾਫ ਪੋਸਟਾਂ ਪਾਉਣ ਵਾਲਿਆਂ ਦੇ ਉੱਪਰ ਜਿਹੜੇ ਕੇਸ ਦਰਜ ਕਰਨ ਵਾਲੇ ਥਾਣੇਦਾਰ ਦੀ ਵੀ ਬਦਲੀ ਦੇ ਜਿਹੜੇ ਆ, ਆਪਾਂ ਕਹੀਏ ਕਿ ਉਹ ਸੁਰਖੀਆਂ ਦੇ ਵਿੱਚ ਆ ਉਹ ਮੁੱਦਾ, ਤੇ ਉਹਦੇ ਬਾਰੇ ਵੀ ਤੁਸੀਂ ਜ਼ਰੂਰ ਚਾਨਣਾ ਪਾਓ। ਦੇਖੋ ਹਰਜੀਤ ਗਰੇਵਾਲ ਦਾ ਜਿਹੜਾ ਨਾਮ ਹੈ ਜੀ ਇਹ ਹੁਣ ਜ਼ਿਆਦਾ ਉਸਲ ਗਿਆ, ਪਰ ਹਰਜੀਤ ਗਰੇਵਾਲ ਲੰਬੇ ਸਮੇਂ ਤੋਂ ਜਿਹੜਾ ਭਾਜਪਾ ਦੇ ਨਾਲ ਜੁੜਿਆ ਹੋਇਆ ਹੈਗਾ, ਭਾਜਪਾ ਦਾ ਪੱਕਾ ਵਰਕਰ ਆ, ਆਰਐਸਐਸ ਦਾ ਪੱਕਾ ਵਰਕਰ ਆ। ਉਹ ਲੰਬੇ ਸਮੇਂ ਤੋਂ ਆਰਐਸਐਸ ਦੇ ਨਾਲ ਜਾਂ ਭਾਜਪਾ ਦੇ ਨਾਲ ਕੰਮ ਕਰ ਰਿਹਾ ਹੈ। ਪਰ ਇੰਨੀ ਕੁਝ ਹੋਣ ਦੇ ਬਾਵਜੂਦ ਵੀ ਬਹੁਤਾ ਉਹਦੀ ਪੁੱਛਦਾਸ ਉਸ ਤਰ੍ਹਾਂ ਦੀ ਨਹੀਂ ਸੀਗੀ ਪੰਜਾਬ ਦੇ ਵਿੱਚੋਂ। ਚਾਹੇ ਉਹਦਾ ਪਿੰਡ ਧਨੌਲਾ ਗਾ, ਉਹਨੇ ਕਈ ਵਾਰ ਟਿਕਟ ਲੈਣ ਦੀ ਕੋਸ਼ਿਸ਼ ਕੀਤੀ ਹੈ ਇੱਥੇ, ਕਿਉਂਕਿ ਮੈਂ ਬਰਨਾਲੇ ਤੋਂ ਬਿਲੋਂਗ ਕਰਦਾ, ਮੈਨੂੰ ਪਤਾ ਉਹਦੀ ਗੇੜੇ ਗੂੜੇ ਇੱਧਰ ਮਾਰਦਾ ਰਹਿੰਦਾ ਸੀ। ਉਹ ਪਿਛਲੀਆਂ 2-3 ਇਲੈਕਸ਼ਨਾਂ ਤੋਂ ਇੱਥੇ ਕੋਸ਼ਿਸ਼ ਕਰ ਰਿਹਾ ਸੀਗਾ ਵੀ ਉਹਦੇ ਕਿਤੇ ਨਾ ਕਿਤੇ ਪੈਰ ਲੱਗ ਜਾਣ। ਇੱਥੇ ਗੇੜੇ ਗੂੜੇ ਉਹਨੇ ਆਪਣੇ ਸਮਰਥਕ ਵੀ ਪੈਦਾ ਕੀਤੇ, ਆਪਣੇ ਧੜੇ ਵੀ ਬਣਾਏ ਉਹਨੇ। ਸਾਡੇ ਬਰਨਾਲੇ 'ਚ ਵੀ ਪਿਛਲੇ ਸਮੇਂ ਦੌਰਾਨ ਉਹਦਾ ਕਾਫੀ ਫੇਰਾ ਤੁਰਾ ਰਿਹਾ। ਉਦੋਂ ਮਲਕੀਤ ਸਿੰਘ ਕੀਤੂ ਜਿਉਂਦਾ ਹੁੰਦਾ ਸੀਗਾ, ਉਦੋਂ ਵੀ ਇੱਕ ਵਾਰ ਉਹ ਇੱਥੇ ਆ ਕੇ ਕੁਝ ਲੱਗਿਆ ਸੀ ਕਾਨਫਰੰਸਾਂ ਵਗੈਰਾ ਜਾਂ ਮੀਟਿੰਗਾਂ ਵਗੈਰਾ ਕਰਨ, ਤੇ ਉਹ 1-2 ਵਾਰ ਉਹਨੂੰ ਕੀਤੂ ਦੇ ਨਾਲ ਵੀ ਉਹਦਾ ਟਾਕਰਾ ਹੋਇਆ ਤੇ ਕੀਤੂ ਨੇ ਉਹਨੂੰ ਭਜਾਇਆ ਇੱਥੋਂ ਬਰਨਾਲੇ ਦੇ ਵਿੱਚੋਂ। ਤੇ ਇਸ ਤਰ੍ਹਾਂ ਮਤਲਬ ਉਹਨੇ ਲੰਮੇ ਸਮੇਂ ਤੋਂ ਲੱਗਿਆ ਹੋਇਆ ਇਸ ਪਾਸੇ। ਪਰ ਭਾਜਪਾ ਨੇ ਪਿਛਲੀ ਵਾਰ ਉਹਨੂੰ ਟਿਕਟ ਦਿੱਤੀ ਸੀ ਰਾਜਪੁਰੇ ਤੋਂ, ਤੇ ਵੀ ਉਹ ਜਿੱਤਿਆ ਨਹੀਂ, ਹਾਰ ਗਿਆ ਜੀ। ਜੋ ਇਸ ਤਰ੍ਹਾਂ ਦਾ ਹੁਣ ਜਦੋਂ ਇਹ ਮੌਕਾ ਆਇਆ ਤਾਂ ਹੁਣ ਉਹ ਇੱਕ ਤਰ੍ਹਾਂ ਦੇ ਨਾਲ ਭਾਜਪਾ ਨੂੰ ਇਸ ਸਮੇਂ ਇੱਕ ਸਿੱਖ ਆਗੂ ਚਾਹੀਦਾ ਤੇ ਸਿੱਖ ਚਿਹਰਾ ਚਾਹੀਦਾ, ਕਿਉਂਕਿ ਜਿਹੜਾ ਇਹ ਐਜੀਟੇਸ਼ਨ ਆ ਇਹਨੂੰ ਸਿੱਖ ਚਲਾ ਰਹੇ ਨੇ, ਪੰਜਾਬ ਚਲਾ ਰਿਹਾ, ਪੰਜਾਬੀ ਚਿਹਰਾ ਚਲਾ ਰਿਹਾ। ਪੱਗ ਵਾਲੇ ਲੋਕ ਜ਼ਿਆਦਾ ਨੇ ਇਸ ਐਜੀਟੇਸ਼ਨ ਦੇ ਵਿੱਚ, ਤੇ ਇਹਦਾ ਵਿਰੋਧ ਕਰਨ ਦੇ ਲਈ ਵੀ ਭਾਜਪਾ ਨੂੰ ਇੱਕ ਪੱਗ ਵਾਲਾ ਬੰਦਾ ਚਾਹੀਦਾ ਸੀ। ਸੋ ਉਹਨੇ ਆਪਣੇ ਆਪ ਨੂੰ ਉਸ ਲਈ ਪੇਸ਼ ਕੀਤਾ ਔਰ ਪੂਰੀ ਤਰ੍ਹਾਂ ਸਮਰਪਿਤ ਹੋ ਕੇ ਉਹ ਭਾਜਪਾ ਦਾ ਪੱਖ ਪੂਰ ਰਿਹਾ, ਕਿਸਾਨਾਂ ਦੇ ਵਿਰੁੱਧ ਜਿਹੜਾ ਭੁਗਤ ਰਿਹਾ ਹੈਗਾ। ਸੋ ਇਹ ਨੇਚਰਲੀ ਆ ਹੁਣ ਇਸ ਵੇਲੇ ਜਦੋਂ ਹਾਲਾਤ ਇਹੋ ਜਿਹੇ ਬਣੇ ਵੀ ਆ, ਅੱਜ ਜੇ ਕੋਈ ਵੀ ਬੰਦਾ ਫਰਜ਼ ਕਰੋ ਆਮ ਬੰਦਾ ਵੀ ਜੇ ਕੋਈ ਗੱਲ ਕਰਦਾ ਹੈ ਸਰਕਾਰ ਦੇ ਹੱਕ 'ਚ ਜਾਂ ਕੋਈ ਹੋਰ ਕਿਤੇ ਗਾਹੇ ਬਗਾਹੇ 4 ਬੰਦਿਆਂ 'ਚ ਖੜ ਕੇ ਗੱਲ ਕਰਦਾ ਹੈ ਤਾਂ ਉਹਦੇ ਲੋਕ ਗਲ ਪੈ ਜਾਂਦੇ ਨੇਗੇ। ਸੋ ਇਹ ਤਾਂ ਵੱਡੇ ਪੱਧਰ ਦੇ ਉੱਪਰ ਜਦੋਂ ਇਸ ਤਰ੍ਹਾਂ ਕਰਦਾ ਸੀ ਤੇ ਲੋਕਾਂ ਦੇ ਵਿੱਚ ਸੁਭਾਵਿਕ ਇਹਦੇ ਖਿਲਾਫ ਗੁੱਸਾ ਪੈਦਾ ਹੋਣਾ ਹੀ ਸੀਗਾ, ਕਿਉਂਕਿ ਭਾਜਪਾ ਦੇ ਹੋਰ ਵੀ ਬਹੁਤ ਸਾਰੇ ਸਿੱਖ ਆਗੂ ਇਸ ਵੇਲੇ ਚੁੱਪ ਕਰੇ ਬੈਠੇ ਨੇ। ਇਹਨਾਂ ਦੇ ਉੱਤੇ ਧਨੌਲੇ ਦੀ ਹੋਰ ਨੇ ਜਥੇਦਾਰ ਸੁਖਵੰਤ ਸਿੰਘ ਧਨੌਲਾ, ਉਹ ਵੀ ਭਾਜਪਾ ਦੇ ਪੰਜਾਬ ਭਾਜਪਾ ਦੇ ਆਗੂ ਨੇ। ਕਦੇ ਵੀ ਉਹਨਾਂ ਨੇ ਮਤਲਬ ਇਸ ਤਰ੍ਹਾਂ ਦੀ ਬਿਆਨਬਾਜ਼ੀ ਨਹੀਂ ਕੀਤੀ, ਚੁੱਪ ਕਰਕੇ ਘਰੇ ਬੈਠ ਗਿਆ ਹਾਲਾਤਾਂ ਨੂੰ ਦੇਖਦੇ ਹੋਏ। ਪਰ ਇਹਨਾਂ ਵੱਲੋਂ ਲਗਾਤਾਰ ਜਿਹੜੀ ਉਹ ਬਿਆਨਬਾਜ਼ੀ ਕੀਤੀ ਜਾ ਰਹੀ ਹੈ, ਜਿਹਦੇ ਮੱਦੇ ਨਜ਼ਰ ਇਹਦੇ ਪਿੰਡ ਦੇ ਵਿੱਚ ਜਿਹੜਾ ਵਿਰੋਧ ਆ ਉਹ ਹੋਇਆ ਪਿੰਡ ਦੇ ਵਿੱਚ, ਕਿਉਂਕਿ ਧਨੌਲੇ ਨਾਲ ਜੁੜਦੀ ਗੱਲ ਆ। ਜਦੋਂ ਜਿਹੜੇ ਪਿੰਡ ਨਾਲ ਕੁਦਰਤੀ ਜੁੜਦੀ ਹੁੰਦੀ ਹੈ ਉੱਥੇ ਜਾ ਕੇ ਲੋਕਾਂ ਦੇ ਵਿੱਚ ਕੁਦਰਤੀ ਗੱਲ ਆ ਇਹ ਵੀ ਉਹ ਹੋ ਜਾਂਦਾ ਵੀ ਸਾਡਾ ਪਿੰਡ ਦਾ ਨਾਮ ਬਦਨਾਮ ਹੁੰਦਾ ਇਹਦੇ ਕਰਕੇ। ਤੇ ਉਹ ਪਿੰਡ ਦੇ ਲੋਕਾਂ ਨੇ ਇਹਦੇ ਖਿਲਾਫ ਜਿਹੜਾ ਝੰਡਾ ਚੁੱਕ ਲਿਆ ਤੇ ਇਹਦਾ ਬਾਈਕਾਟ ਕਰਤਾ ਪਿੰਡ ਦੇ ਲੋਕਾਂ ਨੇ। ਤਕਰੀਬਨ ਉੱਥੋਂ ਪਿੰਡ ਚੋਂ ਬਾਈਕਾਟ ਕਰਨ ਤੋਂ ਬਾਅਦ ਉੱਥੇ ਹੋਕਾ ਦੇ ਦਿੱਤਾ ਗਿਆ ਵੀ ਇਹਦੇ ਕੋਲੇ 4-5 ਕਿੱਲੇ ਜ਼ਮੀਨ ਆ, ਉੱਥੇ 5 ਏਕੜ ਸ਼ਾਇਦ ਜ਼ਮੀਨ ਹੈ ਇਹਦੀ ਹਨੂਮਾਨ ਮੰਦਿਰ ਕੋਲੇ, ਜਿਹੜਾ ਇਹ ਆਪਣਾ ਬਰਨਾਲਾ ਸੰਗਰੂਰ ਰੋਡ ਆ ਉਹਦੇ ਉੱਪਰ ਪੈਂਦੀ ਆ, ਧਨੌਲੇ ਤੋਂ ਅੱਗੇ ਟੱਪ ਕੇ। ਉੱਥੇ ਇਹਦੇ ਬੋਰਡ ਬਾਰਡ ਲਾਤੇ ਉਹ ਜ਼ਮੀਨ ਦੇ ਉੱਪਰ ਲੋਕਾਂ ਨੇ ਵੀ ਇਹਨੂੰ ਕੋਈ ਠੇਕੇ ਤੇ ਨਹੀਂ ਲਊਗਾ, ਕੋਈ ਹਿੱਸੇ ਤੇ ਨਹੀਂ ਲਊਗਾ, ਇਹਦੀ ਜ਼ਮੀਨ ਜੋ ਵੀ ਲਊਗਾ ਅਸੀਂ ਉਹਦਾ ਵੀ ਸਮਾਜਿਕ ਬਾਈਕਾਟ ਕਰ ਦਿਆਂਗੇ। ਪਿੰਡ ਦੇ ਵਿੱਚ ਵੀ ਨਾਰੇ ਨੂਰੇ ਲਿਖਤੇ, ਦੱਸਿਆ ਜਾਂਦਾ ਵੀ ਇਹਦੇ ਘਰ ਦੇ ਉੱਪਰ ਵੀ ਨਾਰੇ ਆ ਜਿਹੜੇ ਦੇ ਵਿਰੋਧ ਲਿਖੇ ਗਏ।
ਸੋ ਉਹ ਜਿਹੜੀ ਵੀਡੀਓ ਬਣਾ ਕੇ ਵਾਇਰਲ ਕਰਨ ਵਾਲੇ ਸੀਗੇ ਲੋਕ, ਉਹਨਾਂ ਦੇ ਖਿਲਾਫ ਇਹਨਾਂ ਨੇ ਪਰਚਾ ਦਰਜ ਕਰਾਇਆ। ਉਹ ਇਹਨਾਂ ਨੇ ਕਰਵਾਇਆ ਜਾਂ ਸਰਕਾਰ ਦੇ ਦਬਾਅ ਨਾਲ ਹੋਇਆ, ਕਿਉਂਕਿ ਜਿਹੜਾ ਪਰਚਾ ਦਰਜ ਹੋਇਆ ਉਹ ਸਿੱਧੀ ਸ਼ਿਕਾਇਤ ਹਰਜੀਤ ਸਿੰਘ ਗਰੇਵਾਲ ਵੱਲੋਂ ਨਹੀਂ, ਉਹ ਸਿਰਫ ਤੇ ਸਿਰਫ ਉਹ ਜਿਹੜਾ ਉੱਥੋਂ ਦਾ ਥਾਣੇਦਾਰ ਹੈਗਾ ਧਨੌਲੇ ਦਾ SHO ਹੈ, ਉਹਦੇ ਬਿਆਨਾਂ ਦੇ ਉੱਪਰ ਹੀ ਉਹ ਪਰਚਾ ਦਰਜ ਹੋਇਆ ਵੀ ਉਹ ਐ ਕਰਕੇ ਆ ਬੰਦੇ ਜੀ ਭੜਕਾ ਰਹੇ ਨੇ, ਖਰਾਬ ਕਰ ਰਹੇ ਨੇ। ਉਹਨਾਂ ਤੇ 153 ਹੀ ਲਾ ਕੇ, ਮਤਲਬ ਜਿਹੜੀ ਦੇਸ਼ ਧਰੋਹੀ ਵਾਲੀ ਧਾਰਾ ਗਈ ਉਹ ਲਾ ਕੇ ਉਹਨਾਂ ਦੇ ਵਿੱਚੋਂ ਇੱਕ ਮੁੰਡੇ ਨੂੰ ਫੜ ਲਿਆ ਗਿਆ, ਜੱਸੀ ਧਨੌਲਾ ਨੂੰ, ਉਹਨੂੰ ਫੜ ਕੇ ਜੇਲ੍ਹ ਭੇਜ ਦਿੱਤਾ ਗਿਆ। ਤੇ ਉਸ ਤੋਂ ਬਾਅਦ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਲਗਾਤਾਰ ਉਹਨਾਂ ਨੇ ਧਰਨੇ ਦਿੱਤੇ, ਉਹਨਾਂ ਨੇ ਪਰਸੋਂ ਵੀ ਧਰਨਾ ਦਿੱਤਾ ਤੇ ਇਹਨਾਂ ਨੇ ਇੱਕ ਦਿਨ ਦਾ ਟਾਈਮ ਲੈ ਲਿਆ ਸੀਗਾ ਧਨੌਲਾ ਪੁਲਿਸ ਨੇ ਵੀ ਇੱਕ ਦਿਨ ਸਾਨੂੰ ਦੇ ਦਿਓ, ਜੀ ਇਹ ਪਰਚਾ ਕੈਂਸਲ ਕਰਾਂਗੇ ਜਾਂ ਕੋਈ ਨਾ ਕੋਈ ਹੱਲ ਕੱਢਾਂਗੇ ਇਹਦਾ। ਤੇ ਬਾਕੀ ਬੰਦਿਆਂ ਨੂੰ ਅਸੀਂ ਅਰੈਸਟ ਨਹੀਂ ਕਰਦੇ, ਜਿਹੜਾ ਤੁਹਾਡਾ ਬੰਦਾ ਫੜਿਆ ਹੋਇਆ ਉਹਨੂੰ ਅਸੀਂ ਜਾਂ ਤਾਂ ਦੀ ਜ਼ਮਾਨਤ ਕਰਾ ਲਓ, ਨਹੀਂ ਅਸੀਂ ਕੇਸ ਇਹਨੂੰ ਰਫਾ ਦਫਾ ਕਰਦੇ। ਉਹਨਾਂ ਨੂੰ ਆਨਾ ਬਹਾਨਾ ਲਾਇਆ ਪੁਲਿਸ ਨੇ, ਪਰ ਉਹ ਇੱਕ ਦਿਨ ਬੀਤ ਗਿਆ ਨਾ ਹੋਇਆ। ਅੱਜ ਫੇਰ ਜਿਹੜਾ ਧਰਨਾ ਲਾਇਆ ਉੱਥੇ, ਤੇ ਅੱਜ ਹੁਣੇ ਜਿਹੜੀ ਤਾਜ਼ਾ ਖਬਰ ਆ ਰਹੀ ਹੈ ਵੀ ਉਹ ਜਿਹੜਾ ਥਾਣੇਦਾਰ ਹੈ, ਜਿਹੜਾ ਪਰਚਾ ਦਰਜ ਕਰਨ ਵਾਲਾ SHO ਕੁਲਦੀਪ ਸਿੰਘ, ਉਹਦੀ ਬਦਲੀ ਕਰ ਦਿੱਤੀ ਗਈ ਹੈਗੀ। ਅਜੇ ਪਰਚਾ ਕੈਂਸਲ ਹੁੰਦਾ ਨਹੀਂ ਹੁੰਦਾ, ਇਹ ਅੱਗੇ ਪਈ ਆ ਗੱਲ। ਪਰ ਉਹ ਹਾਲਾਂਕਿ ਹੁਣ ਇਹ ਵੀ ਗੱਲ ਇੱਕ ਇੱਥੇ ਸਪਸ਼ਟ ਹੈ ਵੀ ਕੱਲਾ SHO ਆਪਣੀ ਮਰਜ਼ੀ ਨਾਲ ਪਰਚਾ ਨਹੀਂ ਕਰ ਸਕਦਾ, ਉਹਦੇ ਤੇ ਵੀ ਕੋਈ ਦਬਾਅ ਪਾਇਆ ਹੋਊ, ਕਿਸੇ ਨੇ ਕਿਹਾ ਹੋਊ ਜਾਂ ਸੀਨੀਅਰ ਅਫਸਰ ਦੀ ਉਹਦੇ ਉੱਪਰ ਕੋਈ ਨਾ ਕੋਈ ਉਹਨੂੰ ਡਾਇਰੈਕਸ਼ਨ ਹੋਊ, ਉਹਨੇ ਤਾਂ ਹੀ ਪਰਚਾ ਦਰਜ ਕੀਤਾ। ਪਰ ਹੁਣ ਤੇ ਗਾਜ ਆ ਜਿਹੜੀ ਉਹ ਥਾਣੇਦਾਰ ਤੇ ਡਿੱਗ ਪਈ ਆ, ਉਹਦੀ ਬਦਲੀ ਕਰ ਦਿੱਤੀ ਗਈ ਹੈ। ਜੀ ਵੀਰ ਜੀ, ਸੋ ਇਹ ਸੀ ਜੀ ਸਾਡੀ ਅੱਜ ਦੀ ਅਪਡੇਟ ਤੇ ਸਾਨੂੰ ਆਸ ਹੈ ਕਿ ਸਾਡੇ ਦਰਸ਼ਕ ਜਿਹੜੇ ਆ ਉਹਨਾਂ ਨੂੰ ਜ਼ਰੂਰ ਸਾਡੀ ਇਹ ਵਿਚਾਰ ਚਰਚਾ ਚੰਗੀ ਲੱਗੀ ਹੋਏਗੀ। ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਵੀਰ ਜੀ ਸਾਡੇ ਸਟੂਡੀਓ ਦੇ ਵਿੱਚ ਆਉਣ ਦੇ ਲਈ। ਧੰਨਵਾਦ ਜੀ, ਮਿਹਰਬਾਨੀ ਜੀ। ਤੇ ਤੁਹਾਨੂੰ ਸਾਡੀ ਇਹ ਵਿਚਾਰ ਚਰਚਾ ਕਿਵੇਂ ਦੀ ਲੱਗੀ ਤੁਸੀਂ ਸਾਨੂੰ ਕਮੈਂਟਸ ਕਰਕੇ ਜ਼ਰੂਰ ਦੱਸਣਾ ਆ, ਤਾਂ ਕਿ ਅਸੀਂ ਅੱਗੇ ਤੋਂ ਇਦਾਂ ਦੇ ਹੋਰ ਪ੍ਰੋਗਰਾਮ ਜਿਹੜੇ ਆ ਉਹ ਲੈ ਕੇ ਰੂਬਰੂ ਹੋਈਏ ਆਪਣੇ ਦਰਸ਼ਕਾਂ ਦੇ ਲਈ। ਫਿਰ ਆਪਾਂ ਮਿਲਦੇ ਹਾਂ ਜੀ ਨੈਕਸਟ ਅਪਡੇਟ ਦੇ ਨਾਲ। ਤਦ ਤੱਕ ਲਈ ਸਤਿ ਸ਼੍ਰੀ ਅਕਾਲ, ਧੰਨਵਾਦ।